ਪੰਜਾਬੀਓ ਖਸਮ ਬਦਲਦੇ ਆ ਪਰ ਖਸਲਤ ਨਹੀਂ ਬਦਲਦੀ। ਮੈਂ ਗੱਲ ਕਿਹਦੀ ਕਰਨ ਲੱਗਿਆ ਅੱਜ? ਪੰਜਾਬ ਪੁਲਿਸ ਦੀ, ਜਿਹਦੇ ਖਸਮ ਤਾਂ ਬਦਲ ਗਏ ਤੇ ਅੱਜ ਦੇ ਨਹੀਂ ਬਦਲਦੇ, ਮੁੱਢ ਕਦੀਮ ਤੋਂ ਬਦਲਦੇ ਤੁਰੇ ਆਉਂਦੇ ਆ, ਪਰ ਖਸਲਤ ਨਾ ਬਦਲੀ। ਖਸਲਤ ਹੁੰਦੀ ਆ ਦੋਸਤੋ ਆਦਤਾਂ, ਹੈਬਿਟ ਆਪਾਂ ਕਹਿ ਦਿੰਦੇ ਆ, ਉਹ ਬਦਲ ਨਹੀਂ ਰਹੀ ਉਹਨਾਂ ਦੀ ਤੇ ਨਾ ਹੀ ਬਦਲਣੀ ਆ। ਜੇ ਅਸੀਂ ਵੇਸਲੇ ਹੋਏ ਰਹੇ ਤੇ ਸਾਨੂੰ ਕੀ ਉਹ ਗੱਲ ਦੀ ਸਮਝ ਨਾ ਆਈ। ਤੇ ਅੱਜ ਜਿਹੜੀ ਗੱਲ ਕਰਨ ਲੱਗਿਆ, ਜੇ ਖਸਲਤ ਬਦਲਵਾਉਣੀ ਚਾਹੁੰਦੇ ਹੋ ਪੰਜਾਬ ਪੁਲਿਸ ਦੀ, ਮਤਲਬ ਕਿ ਆਦਤਾਂ ਬਦਲ ਜਾਣ, ਤਾਂ ਉਹ ਬਦਲਣ ਵਾਸਤੇ ਦੋਸਤੋ ਤੁਹਾਡਾ ਜਾਗਣਾ ਜ਼ਰੂਰੀ ਆ, ਕਿਉਂਕਿ ਹੱਲ ਤੁਸੀਂ ਕਰਨਾ। ਲੋਕਤੰਤਰ 'ਚ ਰਹਿੰਦੇ ਹੋ। ਜਿਹੜੇ ਲੋਕ ਕੀ ਆ ਪੁਲਿਸ ਡਿਪਾਰਟਮੈਂਟ ਨੂੰ ਨਫ਼ਰਤ ਕਰਦੇ ਆ, ਅੱਜ ਥੋੜਾ ਜਿਹਾ ਦੋਸਤੋ ਉਹਦੇ ਅੰਦਰ ਵੜ ਕੇ ਤੁਹਾਨੂੰ ਦਿਖਾਉਣਾ ਕਿ ਅਸਲ ਹਾਲਾਤ ਕੀ ਨੇ ਤੇ ਉਹ ਬਦਲਣਗੇ ਕਿਵੇਂ। ਕੱਲੀ ਸਮੱਸਿਆ ਦੀ ਗੱਲ ਨਹੀਂ ਦੋਸਤੋ, ਅੱਜ ਹੱਲ ਦੀ ਗੱਲ ਕਰੂੰਗਾ ਤੇ ਉਸ ਪਰਤ ਨੂੰ ਉਧੇੜੂਗਾ ਜਿਹਦੇ ਬਾਰੇ ਤੁਸੀਂ ਸਾਰੇ ਅਵੇਸ ਲਿਓ ਤੇ ਉਹਦੇ ਬਾਰੇ ਜਾਣਦੇ ਬਹੁਤ ਘੱਟ ਲੋਕ ਹੋਣਗੇ। ਤੇ ਉਹਦੇ ਬਾਰੇ ਜੇ ਅਸੀਂ ਜਾਣ ਜੀਏ ਤੇ ਆਵਾਜ਼ ਬੁਲੰਦ ਕਰੀਏ, ਕੱਲੀ ਫੇਸਬੁੱਕ ਤੇ ਆਵਾਜ਼ ਬੁਲੰਦ ਕਰ ਦਿਓ। ਤੇ ਮੈਂ ਕਹਿਣਾ ਭਗਵੰਤ ਮਾਨ ਜੇ ਗੌਰ ਕਰ ਲੈ ਨਾ ਉਸ ਗੱਲ ਦੇ ਉੱਤੇ, ਮੈਂ ਕਹਿਣਾ ਇੱਕ ਦਿਨ ਦੇ ਵਿੱਚ ਦੋਸਤੋ ਸਾਰੀਆਂ ਸਮੱਸਿਆਵਾਂ ਪੁਲਿਸ ਨਾਲ ਜੁੜੀਆਂ, ਵਿੱਚੇ ਨਸ਼ੇ ਲਾ ਲਓ, ਹੋਰ ਸਾਰਾ ਕੁਝ ਦੋਸਤੋ, ਸਾਰੀਆਂ ਸਮੱਸਿਆਵਾਂ ਹੱਲ ਹੁੰਦੀਆਂ ਨੇ। ਕਰਨਾ ਕੁਝ ਵੀ ਨਹੀਂ। 7 ਨੁਕਤੇ ਆ ਜਿਹੜੇ ਸਾਡੇ ਨਹੀਂ ਬਣਾਏ ਵੇ, ਜਿਹੜੇ ਪੁਰਾਣੇ ਲੋਕਾਂ ਨੇ ਕੀ ਆ ਪਹਿਲਾਂ ਦੇ ਬਣਾਏ ਵੇ ਸੀ। ਤੇ ਜਿਹੜਾ ਕੀ ਆ ਕਾਨੂੰਨ ਪਾਸ ਕੀਤਾ 2006 ਚ, ਜੇ ਇੱਕ ਵਾਰੀ ਤੁਸੀਂ ਕਾਨੂੰਨ ਸਮਝ ਲਿਆ ਤੇ ਜਾਣ ਲਿਆ ਨਾ, ਤਾਂ ਮੈਂ ਦਾਅਵਾ ਕਰਦਾ ਦੋਸਤੋ ਪੰਜਾਬ ਦੇ ਵਿੱਚ ਕੀ ਆ ਬਦਲਾਅ ਅਸੀਂ ਲੈ ਕੇ ਆਵਾਂਗੇ। ਆਪਾਂ ਰਲ ਮਿਲ ਕੇ ਲਿਆ ਸਕਦੇ ਆ। ਲੀਡਰਾਂ ਤੇ ਆਸ ਨਾ ਰੱਖਿਓ। ਇਖਲਾਕ ਦੇ ਆਧਾਰ ਤੇ ਜੇ ਸਰਕਾਰ ਚੁਣੀ ਆ ਨਾ, ਤਾਂ ਇਹਨਾਂ ਤੋਂ ਹੁਣ ਮਸਲਾ ਹੱਲ ਕਿਵੇਂ ਕਰਾਉਣਾ, ਹੱਥ ਬੰਨ ਕੇ ਬੇਨਤੀ ਕਰਦਾ ਅੱਜ ਦੇ ਮਸਲੇ ਨੂੰ ਪੂਰੀ ਤਰ੍ਹਾਂ ਸਮਝਿਓ, ਜਾਣਿਓ। ਤੇ ਜੇ ਤੁਹਾਨੂੰ ਲੱਗਿਆ ਕਿ ਹੱਲ ਇਹੀ ਆ ਤੇ ਸਾਰੀਆਂ ਸਮੱਸਿਆਵਾਂ ਦਾ ਹੱਲ ਜਿਹੜਾ ਤੁਹਾਡੇ ਨਾਲ ਸਾਂਝਾ ਕਰਨਾ, ਤੁਹਾਨੂੰ ਲੱਗਿਆ ਕਿ ਕਿਉਂਕਿ ਪਹਿਲਾਂ ਵੀ ਗੱਲ ਕੀਤੀ ਆ ਕਿ ਲੋਕ ਅਧਿਕਾਰ ਲਹਿਰ ਕੱਲੀਆਂ ਪ੍ਰੋਬਲਮਾਂ ਦੀ ਗੱਲ ਨਹੀਂ ਕਰਦੀ, ਕੱਲੀਆਂ ਸਮੱਸਿਆਵਾਂ ਨਹੀਂ ਤੁਹਾਨੂੰ ਹੱਲ ਦੇਣੇ ਆ। ਤੇ ਅੱਜ ਹੱਲ ਇੱਕ ਮੁੱਦੇ ਦਾ ਕਰਨਾ, ਆਉਣ ਵਾਲੇ ਟਾਈਮ 'ਚ 15 ਮਸਲਿਆਂ ਦੇ ਜਿਹੜੇ ਮੁੱਦਿਆਂ ਦੇ ਹੱਲ ਨੇ ਦੋਸਤੋ ਤੁਹਾਡੇ ਨਾਲ ਸਾਂਝੇ ਕਰਾਂਗੇ। ਅੱਜ ਪਹਿਲਾ ਹੱਲ ਕਰਨ ਲੱਗੇ ਆ ਜਿਹੜਾ ਸਭ ਤੋਂ ਇੰਪੋਰਟੈਂਟ ਆ, ਜਿਹਦੇ ਵਿੱਚ ਸਾਨੂੰ ਕੋਈ ਪੈਸੇ ਦੀ ਲੋੜ ਨਹੀਂ, ਕੋਈ ਬਜਟ ਦੀ ਲੋੜ ਨਹੀਂ, ਤੇ ਭਗਵੰਤ ਮਾਨ ਜੀ ਨੂੰ ਕਹਿਣਾ ਤੇ ਪੋਸਟ ਨੂੰ ਸ਼ੇਅਰ ਇੰਨਾ ਕੁ ਕਰਿਓ ਕਿ ਉਹਨਾਂ ਤੱਕ ਪਹੁੰਚ ਜੇ। ਤੇ ਕਰਨਾ ਕੀ ਆ, ਸਿਰਫ ਦੋਸਤੋ ਨੀਅਤ ਦੀ ਲੋੜ ਆ ਤੇ ਕਰਨਾ ਆਪ ਕੁਝ ਨਹੀਂ, ਕਿਉਂਕਿ ਸਭ ਕੁਝ ਹੋਇਆ ਪਿਆ। ਕਿਵੇਂ ਹੋਇਆ ਪਿਆ ਉਹ ਗੱਲ ਸਮਝਿਓ। ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰਦਾ ਕਿ ਆਦਤਾਂ ਬਦਲਦੀਆਂ ਕਿਉਂ ਨਹੀਂ, ਕਿਉਂਕਿ ਇੱਕ ਦੋਸਤੋ ਕਹਾਵਤ ਆ ਪੰਜਾਬੀ ਦੀ ਕਿ ਬਾਦੜੀਆਂ ਸੰਜਾਦੜੀਆਂ ਨਿਵਣ ਸਿਰਾਂ ਦੇ ਨਾਲ। ਸਾਡੀਆਂ ਆਦਤਾਂ ਅੱਜ ਦੀਆਂ ਨਹੀਂ, 1862 ਦੀਆਂ ਬਣੀਆਂ ਹੋਈਆਂ ਨੇ। ਸਾਡੇ ਤੇ ਅੰਗਰੇਜ਼ਾਂ ਨੇ ਦੋਸਤੋ ਜਿਹੜਾ ਕਾਨੂੰਨ ਬਣਾਇਆ ਨਾ, ਲਾਰਡ ਮੈਕਾਲੇ ਲੈ ਕੇ ਆਇਆ ਸੀ, ਇੱਕ ਲਾ ਕਮਿਸ਼ਨ ਬਣਾਇਆ ਸੀ, ਜਿਹਦਾ ਮੇਨ ਕੀ ਆ ਹੈੱਡ ਸੀ ਜਿਹੜਾ ਉਹ ਲਾਰਡ ਮੈਕਾਲੇ ਸੀ। 1834 ਦੇ ਵਿੱਚ ਉਹ ਕੀ ਆ ਦੋਸਤੋ ਬਣਦਾ ਕਮਿਸ਼ਨ। ਤੇ ਉਸ ਤੋਂ ਬਾਅਦ 1862 ਦੇ ਵਿੱਚ 1 ਜਨਵਰੀ 1862 ਤੋਂ ਫਿਰ ਉਹ ਆਈਪੀਸੀ ਕੀ ਆ ਤਿਆਰ ਕਰਕੇ ਸਾਡੇ ਤੇ ਲਾਗੂ ਕਰਦੇ ਆ, ਇੰਡੀਅਨ ਪੀਨਲ ਕੋਡ, ਜਿਹਨੂੰ ਅਸੀਂ ਤਾਜਰਾਤੇ ਹਿੰਦ ਵੀ ਬੋਲਿਆ ਜਾਂਦਾ ਨਾ, ਜਦੋਂ ਸਜ਼ਾ ਸੁਣਾਈ ਜਾਂਦੀ ਉਹਨੂੰ ਇੰਡੀਅਨ ਪੀਨਲ ਕੋਡ ਕਿਹਾ ਜਾਂਦਾ, ਜਿਹਦੀਆਂ ਅਲੱਗ-ਅਲੱਗ ਧਾਰਾਵਾਂ ਬਣਾ ਕੇ ਕੀ ਜੁਰਮ ਹੋਣਗੇ ਤੇ ਕੀ ਸਜ਼ਾਵਾਂ ਸਾਰੀਆਂ ਤੈਅ ਕਰਤੀਆਂ। ਤੇ ਦੋਸਤੋ ਉਹ ਕਾਨੂੰਨ 1862 ਦਾ ਚੱਲਦਾ ਤੁਰਿਆ ਆਉਂਦਾ। ਹੁਣ ਮਸਲੇ ਦੀ ਕੀ ਆ ਅੰਦਰਲੀ ਬਰੀਕੀ ਸਮਝਿਓ। ਇੰਗਲੈਂਡ ਨੇ ਦੋਸਤੋ ਸਾਡੇ ਤੇ ਰਾਜ ਕਰਨ ਵਾਸਤੇ ਇੱਕ ਆਰਮੀ ਖੜੀ ਕੀਤੀ ਸੀ। ਪੁਲਿਸ ਤੇ ਆਰਮੀ ਦੇ ਵਿੱਚ ਫਰਕ ਕੀ ਹੁੰਦਾ ਉਹ ਗੱਲ ਸਮਝਿਓ। ਜਿਹੜੀ ਪੁਲਿਸਿੰਗ ਹੁੰਦੀ ਆ ਉਹ ਲੋਕਾਂ ਦੀ ਹੈਲਪ ਵਾਸਤੇ ਹੁੰਦੀ ਆ, ਤੇ ਆਰਮੀ ਨੇ ਦੋਸਤੋ ਕੀ ਆ ਸਾਨੂੰ ਅਟੈਕ ਤੋਂ ਬਚਾਉਣਾ। ਉਹਨੇ ਸਿਰਫ ਕੀ ਆ ਅਟੈਕ ਕਰਨਾ, ਜਿਹੜਾ ਹੁਕਮ ਲਾਤਾ ਆਰਮੀ ਨੂੰ ਉਹਨਾਂ ਨੇ ਇਹ ਨਹੀਂ ਪੁੱਛਣਾ ਗਲਤ ਜਾਂ ਸਹੀ, ਉਹਨਾਂ ਨੇ ਹਮਲਾ ਰੋਕਣਾ ਤੇ ਅਟੈਕ ਕਰਨਾ। ਤੇ ਦੋਸਤੋ ਅੰਗਰੇਜ਼ਾਂ ਨੇ ਕੀ ਆ ਸਾਡੇ ਤੇ ਹਮਲੇ ਕਰਨ ਵਾਸਤੇ, ਆਪਣੀ ਪ੍ਰਭੂ ਸੱਤਾ ਤੇ ਸਾਡੇ ਤੇ ਦੋਸਤੋ ਦਾ ਅਧਿਕਾਰ ਕਾਇਮ ਕਰਨ ਵਾਸਤੇ ਤੇ ਆਪਦੀ ਦੋਸਤੋ ਦਬਸ਼ ਪਾਉਣ ਵਾਸਤੇ ਇੱਕ ਆਰਮੀ ਖੜੀ ਕੀਤੀ ਸੀ ਤੇ ਕਾਨੂੰਨ ਬਣਾਏ ਸੀ। ਉਹੀ ਕਾਨੂੰਨ ਅੱਜ ਤੱਕ ਚੱਲੇ ਤੁਰੇ ਆਉਂਦੇ ਆ ਯਾਰ, ਅਸੀਂ ਕਾਨੂੰਨ ਨਹੀਂ ਬਦਲ ਸਕੇ। ਪਰ ਇੰਗਲੈਂਡ ਦੇ ਵਿੱਚ ਅੱਜ ਵੀ ਦੋਸਤੋ ਕੀ ਉਹ ਕਾਨੂੰਨ ਨਹੀਂ ਹੈਗੇ ਜਿਹੜੇ ਸਾਡੇ ਵਾਸਤੇ ਬਣਾਏ ਗਏ ਸੀ। ਪਰ ਅਸੀਂ ਕਿਉਂ ਨਹੀਂ ਬਦਲ ਸਕੇ? ਅਸੀਂ ਲੋਕਤੰਤਰ 'ਚ ਰਹਿੰਦੇ ਆ। ਉੱਥੇ ਜਿਹੜਾ 550 ਬੰਦਾ ਚੁਣ ਕੇ ਭੇਜਦੇ ਉਹਨਾਂ ਨੇ ਇਹ ਕੰਮ ਕਰਨਾ ਸੀ, ਪਰ ਕੀਤਾ ਕਿਉਂ ਨਹੀਂ ਉਹ ਵੀ ਤੁਹਾਡੇ ਸਮਝ ਆਜੂ ਪੂਰੀ ਰਿਪੋਰਟ ਸੁਣ ਕੇ। ਹੁਣ ਕਰਨਾ ਕੀ ਸੀ ਦੋਸਤੋ, ਬਰੀਕੀ ਦੇ ਵਿੱਚ ਗੱਲ ਸਮਝੋ। ਬੇਨਤੀ ਕਰਦਾ ਅੱਜ ਦੀ ਪੋਸਟ ਕੀ ਆ ਜ਼ਰੂਰੀ ਆ ਤੁਹਾਡੇ ਸਾਰਿਆਂ ਵਾਸਤੇ, ਐਂਡ ਤੱਕ ਸੁਣਨੀ ਤੇ ਬਰੀਕੀ ਦੇ ਨਾਲ ਦੀਆਂ ਗੱਲਾਂ ਨੁਕਤੇ ਸਮਝੀ ਚੱਲਿਓ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ। ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ, ਸਾਰਿਆਂ ਦਾ ਸਮਝਣਾ ਜ਼ਰੂਰੀ ਆ। ਤੇ ਦੋਸਤੋ ਜਿਹੜਾ ਇੰਡੀਅਨ ਪੀਨਲ ਕੋਡ ਬਣਾਇਆ ਗਿਆ ਸੀ, ਉਹਦੇ ਵਿੱਚ ਜਿਹੜੀਆਂ ਧਾਰਾਵਾਂ ਸੀ ਜਿਹੜੀਆਂ ਅੱਜ ਵੀ ਲਾਗੂ ਨੇ, ਉਹ ਇਸ ਤਰੀਕੇ ਨਾਲ ਬਣਾਈਆਂ ਸੀ ਜਿਵੇਂ ਦੋਸਤੋ ਸ਼ਿਕਾਰੀ ਕੁੱਤੇ ਪਾਲੇ ਜਾਂਦੇ ਆ ਨਾ, ਤੇ ਸ਼ਿਕਾਰੀ ਕੁੱਤੇ ਪਾਲ ਕੇ ਦੋਸਤੋ ਫਿਰ ਕੀਤਾ ਕੀ ਜਾਂਦਾ, ਜਦੋਂ ਸ਼ਿਕਾਰ ਕਰਨਾ ਹੁੰਦਾ ਉਹਦੇ ਤੇ ਛੱਡ ਦਿੱਤੇ ਜਾਂਦੇ ਆ। ਤੇ ਅੰਗਰੇਜ਼ਾਂ ਨੇ ਸ਼ਿਕਾਰੀ ਕੁੱਤੇ ਪਾਲੇ ਸੀ। ਸਾਡੇ ਜਿਹੜੇ ਅਧਿਕਾਰੀ ਕੀ ਪੁਲਿਸ ਦੇ ਵਿੱਚ ਭਰਤੀ ਕੀਤੀ ਜਾਂਦੀ ਸੀ ਨਾ, ਉਹਨਾਂ ਨੂੰ ਕੁਝ ਪੁੱਛਣ ਦਾ ਅਧਿਕਾਰ ਨਹੀਂ ਸੀ। ਜਿਹੜਾ ਉਹਨਾਂ ਨੂੰ ਹੁਕਮ ਲਾ ਦਿੰਦੇ ਸੀ ਉਹ ਉਹੀ ਕੰਮ ਕਰਦੇ ਸੀ। ਫੜ ਕੇ ਬੰਦਾ ਅੰਦਰ ਦਿੱਤਾ, ਉਹਦੇ ਪਰਚਾ ਦਿੱਤਾ, ਬਿਨਾਂ ਪੁੱਛੇ ਤੋਂ ਦੋਸਤੋ ਮਗਰੋਂ ਤਬਦੀਸ਼ਾਂ ਹੁੰਦੀਆਂ ਸੀ। ਤੇ ਅੱਜ ਵੀ ਸਾਡੇ ਉਹੀ ਸਿਸਟਮ ਆ ਯਾਰ। ਪਹਿਲਾਂ ਪਰਚਾ ਦਿੱਤਾ ਜਾਂਦਾ, ਬੰਦੇ ਨੂੰ ਕੀ ਆ ਟੰਗ ਲਿਆ ਜਾਂਦਾ, ਅੰਦਰ ਦੇ ਦਿੱਤਾ ਜਾਂਦਾ, ਉਹਦੀ ਕੋਈ ਮਾਣ ਇੱਜ਼ਤ ਕੋਈ ਵੀ ਨਹੀਂ ਮਾਣ ਹਾਰਮਾ ਕੇ ਦੇਖੀ ਜਾਂਦੀ, ਤੇ ਫੜ ਕੇ ਅੰਦਰ ਦੇ ਦਿੰਦੇ ਆ ਕਿਸੇ ਨਾ ਕਿਸੇ। ਅੱਜ ਵੀ ਸਾਡੇ ਅੰਗਰੇਜ਼ ਕਿਹੜੇ ਆ? ਭੂਰੇ ਅੰਗਰੇਜ਼ ਸਾਡੇ ਸਿਆਸਤਦਾਨ ਲੋਕ ਨੇ। ਅੰਗਰੇਜ਼ ਚਲੇ ਗਏ ਦੋਸਤੋ, ਤਾਕਤ ਕਿਹਨਾਂ ਨੂੰ ਦੇ ਗਏ?
ਉਹ ਸਾਰੀ ਕੀ ਆ ਪੋਲੀਟੀਸ਼ੀਅਨ ਲੋਕਾਂ ਨੂੰ ਦੇ ਗਏ ਤੇ ਉਹੀ ਤਾਕਤ ਨੂੰ ਉਹਨਾਂ ਨੇ ਫਿਰ ਅੰਗਰੇਜ਼ਾਂ ਵਾਂਗੂ ਵਰਤਿਆ ਤੇ ਉਹੀ ਪੁਲਿਸ ਨੂੰ ਸਾਡੇ ਤੇ ਕੁੱਤਿਆਂ ਵਾਂਗੂ ਛੱਡਿਆ ਗਿਆ। ਇੱਕ ਵਾਰੀ ਨਹੀਂ ਹੁਣ ਤੱਕ ਛੱਡਦੇ ਤੁਰੇ ਆਏ ਆ। ਕੋਈ ਬੰਦਾ ਮਾੜਾ ਜਿਹਾ ਫਾਲਤੂ ਬੋਲਦਾ ਨਾਲ ਦੀ ਨਾਲ ਟੰਗ ਲਿਆ ਜਾਂਦਾ, ਨਾਲ ਦੀ ਨਾਲ ਗਲਤ ਪਰਚਾ ਪਾ ਦਿੱਤਾ ਜਾਂਦਾ। ਜਿਨ੍ਹਾਂ ਦੇ ਪਰਚੇ ਪਾਏ ਉਹ ਭਰਾ ਬੋਲ ਕੇ ਜਰੂਰ ਦੱਸਿਓ, ਕਮੈਂਟ ਜਰੂਰ ਕਰਿਓ ਕਿ ਹਾਂ ਇਹ ਹੁੰਦਾ ਕਿਉਂ ਆ? ਕਿਉਂਕਿ ਅਜੇ ਤੱਕ ਅਸੀਂ ਕਾਨੂੰਨ ਦੇ ਵਿੱਚ ਦੋਸਤੋ ਤਬਦੀਲੀਆਂ ਨਹੀਂ ਕਰਾ ਸਕੇ। ਪਰ ਉਹਦੀ ਸਾਰੇ ਦੀ ਜੜ ਸਮਝਿਓ। ਅੱਜ ਜੜ ਕੀ ਆ ਦੋਸਤੋ? ਇੰਡੀਅਨ ਪੀਨਲ ਕੋਡ ਜਿਹੜਾ ਸਾਡੇ ਤੇ ਲਾਗੂ ਆ ਤੇ CRPC ਜਿਹੜਾ ਕ੍ਰਿਮੀਨਲ ਪ੍ਰੋਸੀਜਰ ਆ ਦੋਸਤੋ, ਜਦੋਂ ਕੋਈ ਦਫਾ ਲੱਗ ਜਾਂਦੀ ਆ ਤਾਂ ਉਸ ਤੋਂ ਬਾਅਦ ਕੀ ਆ ਉਹਦਾ ਪ੍ਰੋਸੈਸ ਜਿਹੜਾ ਚੱਲਦਾ ਉਹ CRPC ਦੇ ਵਿੱਚ ਆਉਂਦਾ। ਇਹ ਦੋਨਾਂ ਚੀਜ਼ਾਂ ਬਾਰੇ ਅਲੱਗ ਤੋਂ ਇੱਕ ਵੀਡੀਓ ਪਾ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ, ਕਿਉਂਕਿ ਜੇ ਤੁਸੀਂ ਦੋਨਾਂ ਬਾਰੇ ਸਮਝ ਰੱਖਦੇ ਹੋ ਨਾ, ਤੁਹਾਨੂੰ ਕੋਈ ਪੁਲਿਸ ਮੁਲਾਜ਼ਮ ਉਹ ਇਹ ਨਹੀਂ ਕਹਿ ਸਕਦਾ। ਤੇ ਦੋਸਤੋ ਜੇਕਰ ਅਸੀਂ ਸਮਝ ਨਾ ਰੱਖਦੇ ਹੁੰਦੇ, ਮੇਰੇ ਖਿਆਲ 'ਚ ਸਾਨੂੰ ਅੱਜ ਨੂੰ ਟੰਗ ਲੈਂਦੇ। ਕਈ ਬੰਦੇ ਕਹਿ ਦਿੰਦੇ ਆ, ਮੈਂ ਕਹਿਣਾ ਉਹਨਾਂ ਪੁਲਿਸ ਮੁਲਾਜ਼ਮ ਨਹੀਂ ਮਾੜੇ, ਉਹਨਾਂ ਦਾ ਤਾਂ ਨਾਂ ਲੱਗਦਾ। ਤੇ ਕਈ ਕਹਿ ਦਿੰਦੇ ਆ ਕਿ ਤੇਰਾ ਬਾਹ ਨਹੀਂ ਪਿਆ ਤੈਨੂੰ ਤਾਂ ਲੱਗਦਾ। ਮੇਰਾ ਦੋਸਤੋ ਬਾਹ ਵੀ ਪਿਆ ਤੇ ਪੁਲਿਸ ਮੁਲਾਜ਼ਮ ਬਹੁਤ ਦੋਸਤੋ ਕੀ ਆ, ਅਸੀਂ ਖੁਦ ਵੀ ਕੀ ਆ ਉਹਨਾਂ ਦੇ ਕਾਰਵਾਈ ਵੀ ਕਰਾਈ ਆ, ਪਰ ਸਾਡੇ ਤੇ ਅੱਜ ਨੂੰ ਟੰਗ ਲੈਂਦੇ ਕਿਉਂਕਿ ਸਾਨੂੰ ਥੋੜੀ ਜੀ ਕਾਨੂੰਨ ਦੀ ਸਮਝ ਹੈਗੀ ਆ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਬਣਦੀ ਆ। IPC ਤੇ CRPC ਦੇ ਬਾਰੇ ਦੋਸਤੋ ਤੁਹਾਡੇ ਨਾਲ ਵੱਖਰੀ ਇੱਕ ਵੀਡੀਓ 'ਚ ਗੱਲ ਕਰਾਂਗੇ, ਜਿਹਦੇ ਬਾਰੇ ਸਾਨੂੰ ਯਾਰ ਸਟੱਡੀ ਚ ਪੜ੍ਹਾਇਆ ਨਹੀਂ ਜਾਂਦਾ। ਕਿਸੇ ਬੱਚੇ ਨੂੰ BA ਕਰ ਜਾਂਦੇ ਆ ਗ੍ਰੈਜੂਏਸ਼ਨ ਕਰਕੇ, ਸਾਨੂੰ ਸਮਝ ਨਹੀਂ ਆਉਂਦੀ ਕਿ ਕਾਨੂੰਨ ਸਾਡੇ ਵਾਸਤੇ ਹੈ ਕੀ ਤੇ ਸਾਡੀ ਉਹ 'ਚ ਹੱਕ ਕੀ ਨੇ। ਪੁਲਿਸ ਵਾਲਾ ਸਾਨੂੰ ਇਹ ਨਹੀਂ ਕਹਿ ਸਕਦਾ ਕਿਉਂਕਿ ਪੁਲਿਸ ਆਰਮੀ ਨਹੀਂ ਹੈ। ਆਰਮੀ ਜੰਮੂ ਕਸ਼ਮੀਰ 'ਚ ਧੱਕਾ ਕਰਦੀ ਆ, ਪੁਲਿਸ ਸਾਡੀ ਹੈਲਪ ਵਾਸਤੇ ਬਣੀ ਆ। ਤੇ ਮਾ ਕੇ ਜਾਰਜ ਫੁੱਟਰਾਈਟ ਅਮਰੀਕਾ ਦੇ ਵਿੱਚ ਜਦੋਂ ਦੀ ਧੌਣ ਤੇ ਧਰ ਕੇ ਉਹਦਾ ਮਣਕਾ ਲੋਕਡਾਊਨ 'ਚ ਟੁੱਟਦਾ ਤਾਂ ਦੋਸਤੋ ਸਾਰੇ ਮੁਲਕ ਉੱਠ ਕੇ ਖੜੇ ਹੋਏ, ਉਹ ਅਸਲ ਡੈਮੋਕ੍ਰੇਸੀ ਆ। ਤੇ ਫਿਰ ਉੱਥੇ ਸੋਧ ਕੀ ਕੀਤੀ ਗਈ ਆ? ਉੱਥੇ ਦੋਸਤੋ ਉਸੇ ਸਮੇਂ 'ਚ ਅਮਰੀਕਾ ਦੇ ਰਾਸ਼ਟਰਪਤੀ ਨੂੰ ਕਾਨੂੰਨ ਲੈ ਕੇ ਆਉਣਾ ਪਿਆ। ਤੇ ਦੋਸਤੋ ਉਹਨਾਂ ਨੇ ਕੀ ਸੋਧ ਕੀਤੀ ਆ? ਉਹਨਾਂ ਨੇ ਪੁਲਿਸ ਵਾਲਿਆਂ ਨੂੰ ਦੋਸਤੋ ਐਪਰੀਸ਼ੀਏਸ਼ਨ ਅਵਾਰਡ ਦੇਣੇ ਸ਼ੁਰੂ ਕਰਤੇ ਕਿ ਜਿਹੜਾ ਚੰਗਾ ਬਿਹੇਵ ਕਰੂਗਾ ਉਹਨੂੰ ਦੋਸਤੋ ਕੀ ਸਪੈਸ਼ਲ ਕੀ ਆ ਇੰਕਰੀਮੈਂਟ ਵੀ ਦਿੱਤੇ ਜਾਂਦੇ ਆ। ਜਿਹੜਾ ਪੁਲਿਸ ਵਾਲਾ ਕੀ ਆ ਪਬਲਿਕ ਜਿਹਨੂੰ ਚਾਹੁੰਦੀ ਆ ਪਬਲਿਕ ਨਾਲ ਚੰਗਾ ਵਿਚਰਦਾ। ਤੇ ਇੱਥੇ ਤਗਮੇ ਜਾਂ ਫੀਤੇ ਕਿਹਦੇ ਮਾ ਕੇ ਹਿੱਕ ਤੇ ਲਾਏ ਜਾਂਦੇ ਆ ਪੰਜਾਬ ਪੁਲਿਸ 'ਚ, ਜਿਹੜਾ ਉਹਨਾਂ ਦਾ ਵਫਾਦਾਰ ਕੁੱਤਾ ਬਣ ਕੇ ਰਹਿੰਦਾ। ਤੇ 84 'ਚ ਇਹੀ ਹੋਇਆ। ਮੈਂ ਨਹੀਂ ਕਹਿੰਦਾ ਕਿ ਪੁਲਿਸ ਨੂੰ ਅਧਿਕਾਰ ਸਾਰੇ ਦਿੱਤੇ ਜਾਣ, ਇਹ ਦੇ ਕੇ ਦੇਖ ਲੇ। ਅਧਿਕਾਰ ਮਿਲਣੇ ਚਾਹੀਦੇ ਆ ਪਰ ਉਹਦੇ ਤੇ ਕੰਟਰੋਲ ਹੋਣਾ ਚਾਹੀਦਾ ਤੇ ਕੰਟਰੋਲ ਬਹੁਤ ਸੌਖਾ। ਅੱਜ ਤੁਹਾਨੂੰ ਕੱਲਾ ਦੋਸਤੋ ਕੀ ਨੁਕਤਾ ਦੱਸਾਂਗੇ, ਸਾਂਝਾ ਕਰਾਂਗੇ ਕੀ ਸੁਝਾਇਆ ਗਿਆ ਸਾਡੇ ਵੱਲੋਂ ਨਹੀਂ, ਜਿਹੜੇ ਕਿ ਉਸ ਮਹਿਕਮੇ 'ਚ ਕੰਮ ਕਰਨ ਵਾਲੇ ਆਲਾ ਅਫਸਰ ਨੇ, ਉਹਨਾਂ ਨੇ ਕੀ ਕੁਝ ਕੀਤਾ ਤੇ ਕੀ ਹੰਡਾਇਆ। ਪਹਿਲਾਂ ਤਾਂ ਹਾਲਾਤਾਂ ਦੀ ਜੇ ਅਸੀਂ ਗੱਲ ਕਰੀਏ ਨਾ, ਅਸੀਂ ਦੋਸਤੋ ਮੈਂ ਬੇਨਤੀ ਕਰਦਾ ਸਾਰਿਆਂ ਨੂੰ, ਇਹ ਪੰਜਾਬ ਪੁਲਿਸ ਵਾਲੇ ਜਿਨ੍ਹਾਂ ਨਾਲ ਕੋਈ ਵਾਕਫੀਅਤ ਹੈਗੀ ਉਹਨਾਂ ਭਰਾਵਾਂ ਨਾਲ ਸਾਂਝੀ ਕਰਕੇ ਪੁੱਛਿਓ ਕਿ ਅਸਲੀਅਤ ਇਹੀ ਆ। ਅਸਲੀਅਤ ਸਮਝਿਓ ਹੁਣ ਕੀ ਆ। 24 ਘੰਟੇ ਕੰਮ ਕਰ ਲਿਆ ਜਾਂਦਾ ਕਾਂਸਟੇਬਲ ਤੋਂ। ਕਿੰਨੇ ਕਾਂਸਟੇਬਲ ਨੇ? ਨਫਰੀ ਕਿੰਨੀ ਆ ਦੋਸਤੋ? ਛੋਟੇ ਮੁਲਾਜ਼ਮਾਂ ਦੀ 92%। ਤੇ ਦੋਸਤੋ ਉਹ 24 ਘੰਟੇ ਕੰਮ ਕਰਦੇ ਆ, ਕੋਈ ਘਰਦਿਆਂ ਦਾ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਇੱਕੋ ਇੱਕ ਮਹਿਕਮਾ ਦੋਸਤੋ ਜਿਨ੍ਹਾਂ ਦੇ ਬੱਚੇ ਜੇ ਅੱਜ ਦੇਖੀ ਉਹ ਧਿਆਨ ਨਹੀਂ ਦੇ ਸਕਦੇ ਕਿਉਂਕਿ 24 ਘੰਟੇ ਡਿਊਟੀ ਆ। ਮਾਨਸਾ ਦੇ ਵਿੱਚ ਕੀ ਆ, ਪੁਲਿਸ ਮੁਲਾਜ਼ਮ ਸੀਗੇ, 3 ਬੱਚੇ ਚਿੱਟੇ ਨਾਲ ਮਰ ਗਏ ਪੁਲਿਸ ਮੁਲਾਜ਼ਮਾਂ ਦੇ ਕਿਉਂਕਿ ਫੈਮਿਲੀ ਕੰਨੀ ਧਿਆਨ ਨਹੀਂ ਦੇ ਸਕਦੇ। ਉਹ ਸਰਕਾਰ ਦਾ ਪ੍ਰਸ਼ਾਸਨ ਦਾ ਹੱਕ ਬਣਦਾ ਉਹਨਾਂ ਨੂੰ ਚੰਗੀ ਸਕੂਲਿੰਗ ਚੰਗੀ ਗਾਈਡੈਂਸ ਮਿਲੇ, ਉਹਨਾਂ ਦੇ ਪਰਿਵਾਰਾਂ ਦੀ ਕੀ ਆ ਚਿੰਤਾ ਨਿਮਰਤ ਹੋ ਜਾਣ। ਫਰਸਟ੍ਰੇਸ਼ਨ 'ਚ ਰਹਿੰਦਾ ਯਾਰ ਬੰਦਾ। ਪੁਲਿਸ ਮੁਲਾਜ਼ਮ ਵੀ ਬੰਦੇ ਹੁੰਦੇ ਆ, ਸੋਚ ਕੇ ਦੇਖੋ, ਕੋਈ ਉਹਨਾਂ ਨੂੰ ਚੱਜ ਦੇ ਹਾਲਾਤ ਨਹੀਂ, ਕੋਈ ਉਹਨਾਂ ਦਾ ਰੋਟੀ ਦਾ ਟਾਈਮ ਨਹੀਂ। 24 ਘੰਟੇ ਸਿਰਫ ਕੀ 1 ਘੰਟੇ ਦੀ ਐਕਸਟਰਾ ਤਨਖਾਹ, 1 ਮਹੀਨੇ ਦੀ ਵੱਧ ਤਨਖਾਹ ਦੇ ਕੇ ਉਹਨਾਂ ਤੋਂ ਕੰਮ ਲਿਆ ਜਾ ਰਿਹਾ। 24 ਘੰਟੇ ਕੰਮ ਕਰ ਲਿਆ ਜਾਂਦਾ। ਇੱਕ ਸਾਈਕੈਟਰਿਸਟ ਨੂੰ, ਡਾਕਟਰ ਨੂੰ ਪੁੱਛਿਆ ਗਿਆ ਕਿ ਪੁਲਿਸ ਵਾਲੇ ਦੀ ਮਨੋਦਸ਼ਾ ਤੇ ਕ੍ਰਿਮੀਨਲ ਦੀ ਮਨੋਦਸ਼ਾ, ਕਹਿੰਦਾ ਕਿੰਨਾ ਕੁ ਫਰਕ ਆ? ਉਹ ਕਹਿੰਦਾ ਜੀ ਸੇਮ ਆ। ਇੱਕ ਬੰਦਾ ਕੀ ਹੈ ਇਨਕਾਊਂਟਰ ਕਰਦਾ ਗੈਂਗਸਟਰ ਦਾ, ਉਹ ਬੰਦੇ ਨੂੰ ਵੀ ਨੀਂਦ ਨਹੀਂ ਆਉਂਦੀ, ਉਹ ਬੰਦੇ ਨੂੰ ਵੀ ਗੋਲੀਆਂ ਲੈਣੀਆਂ ਪੈਂਦੀਆਂ ਨੇ, ਉਹ ਵੀ ਮੈਂਟਲੀ ਡਿਸਟਰਬ ਰਹਿੰਦਾ। ਉਹਨਾਂ ਦੇ ਹਾਲਾਤ ਦੋਸਤੋ ਸਾਨੂੰ ਸਮਝਣੇ ਪੈਣਗੇ। ਅਸੀਂ ਕੀ ਇੱਕ ਪੁਲਿਸ ਮੁਲਾਜ਼ਮ ਚੌਂਕ ਤੇ ਖੜਾ ਦੇਖ ਕੇ ਦੋਸਤੋ ਅੰਦਰ ਕੀ ਆ ਮੰਦ ਭਾਵਨਾ ਲੈ ਕੇ ਉਹਨਾਂ ਨੂੰ ਗਾਲ ਕੱਢਦੇ ਆ, ਮਨ ਦੇ ਵਿੱਚ ਵੀ ਪੁੱਠਾ ਸਿੱਧਾ ਉਹਨਾਂ ਬਾਰੇ ਕੀ ਆ ਭਾਖਿਆ ਕੇ ਬੋਲਦੇ ਆ। ਤਾਂ ਸੋਚ ਕੇ ਦੇਖੋ ਯਾਰ, ਕਿਸੇ ਦਾ ਮਾਂ-ਬਾਪ ਵੀ ਹੈਗਾ, ਕਿਸੇ ਦਾ ਕੀ ਆ ਰਿਸ਼ਤੇਦਾਰ ਵੀ ਹੈਗਾ, ਕਿਸੇ ਦਾ ਪਿਓ ਆ, ਕਿਸੇ ਦਾ ਘਰ ਵਾਲਾ, ਕਿਸੇ ਦਾ ਮੁੰਡਾ, ਕਿਸੇ ਦੀ ਭਰਾ ਗਾ, ਤਾਂ ਉਹ ਬੰਦਾ ਫੀਲ ਕੀ ਕਰਦਾ ਹੋਊ? ਜਦੋਂ ਵਾਈਬ੍ਰੇਸ਼ਨ ਨੈਗੇਟਿਵ ਜਾਂਦੀਆਂ ਤਾਂ ਉਹ ਵੀ ਦੋਸਤੋ ਨੈਗੇਟਿਵ ਹੋਊਗਾ। ਉਹ ਵੀ ਕੀ ਆ ਉਹਦੇ ਮਨ ਦੇ ਵਿੱਚ ਵੀ ਭਾਵਨਾ ਉਹੀ ਉਪਜਣੀ ਆ ਜਿਹੜੀ ਅਸੀਂ ਗੱਲ ਸੋਚਦੇ ਆ। ਇਸ ਕਰਕੇ ਅਸੀਂ ਉਹਨਾਂ ਦੇ ਹਾਲਾਤਾਂ ਬਾਰੇ ਪਹਿਲਾਂ ਗੱਲ ਕਰੀਏ। ਉਹ ਉਦਾਸੀਨ ਵੀ ਰਹਿੰਦੇ ਆ ਤੇ ਅਫਸਰ ਦੋਸਤੋ ਉਹਨਾਂ ਤੋਂ ਜਿਹੜਾ ਬਿਹੇਵ ਕਰਦੇ ਆ ਨਾ, ਵੱਡੇ ਅਫਸਰ 92% ਮੁਲਾਜ਼ਮਾਂ ਨਾਲ ਨੌਕਰਾਂ ਤੋਂ ਮਾੜਾ ਵਿਹਾਰ ਹੁੰਦਾ। ਉਹਨਾਂ ਨੂੰ ਕਿਹਾ ਜਾਂਦਾ ਜਵਾ ਖੜਾ ਕੇ ਲਿਆਓ ਜੀ, ਸਮਾਨ ਲੈ ਕੇ ਆਓ ਜੀ। ਕੀ ਗੱਲ ਬਈ, ਲੋਕਤੰਤਰ ਦੇ ਵਿੱਚ ਕੰਮ ਕਰਨ ਵਾਲੇ ਉਹ ਅਧਿਕਾਰੀ ਨੇ, ਉਹ ਵੀ ਯਾਰ ਕੀ ਆ ਪੁਲਿਸ ਦੇ ਵਿੱਚ ਕੰਮ ਕਰਨ ਵਾਲੇ ਹੁੰਦੇ, ਪਰ ਕੰਮ ਕੀ ਲਿਆ ਜਾਂਦਾ? 5500 ਬੰਦਾ ਪੂਨੇ ਦਾ ਇੱਕ IPS ਦੱਸ ਰਿਹਾ ਸੀ ਕਿ ਜਦੋਂ ਉੱਥੇ ਕੀ ਆ ਇੱਕ ਚੈਕਿੰਗ ਕੀਤੀ ਤਾਂ 5500 ਬੰਦਾ ਹੀ ਗਾਇਬ ਸੀ। ਪੁਲਿਸ ਮੁਲਾਜ਼ਮ, ਛੋਟੇ ਮੁਲਾਜ਼ਮ ਕਿੱਥੇ ਸੀ? ਕਹਿੰਦੇ ਉਹ ਖੇਤਾਂ 'ਚ ਕੰਮ ਕਰਦੇ ਸੀ, ਕੋਈ ਕਿਸੇ ਦੇ ਘਰੇ ਕੰਮ ਕਰਦਾ ਸੀ, ਕੋਈ ਕਿਸੇ ਦਾ ਮਾਲੀ ਲੱਗਿਆ ਹੋਇਆ ਸੀ। ਕਿਉਂ? ਕਿਉਂਕਿ ਇਹ ਚੀਜ਼ਾਂ ਵੀ ਖਤਮ ਕਰਨੀਆਂ ਪੈਣਗੀਆਂ। ਇਹ ਚੀਜ਼ਾਂ ਖਤਮ ਕਰਨ ਵਾਸਤੇ ਬੋਲੂਗਾ ਕੌਣ?
ਸਾਨੂੰ ਦੋਸਤੋ ਕੀ ਆ, ਮੈਂ ਬਾਹਲੀ ਦੂਰ ਨਹੀਂ ਜਾਂਦਾ, ਮੈਂ ਅੱਜ ਪੰਜਾਬ ਦੀ ਗੱਲ ਕਰਦਾ ਤੇ ਭਗਵੰਤ ਮਾਨ ਨੂੰ ਹੁਣ ਇੱਕ ਸੁਨੇਹਾ ਦੇ ਦਿਓ, ਜਿੰਨੇ ਭਰਾ ਜੁੜੇ ਹੋ ਸ਼ੇਅਰ ਕਰਿਓ ਕਿ ਭਗਵੰਤ ਮਾਨ ਨੇ ਕਰਨਾ ਕੀ ਆ, ਤੁਸੀਂ ਮਾਲਕ ਹੋ, ਤੁਹਾਨੂੰ ਜੇ ਕੰਮ ਦੀ ਜਾਂਚ ਹੋਊ ਤਾਂ ਆਪਾਂ ਨੌਕਰ ਤੋਂ ਕੰਮ ਫੇਰ ਲਵਾਂਗੇ, ਠੀਕ ਹੈ। ਤੇ ਇਹਨਾਂ ਤੋਂ ਕੰਮ ਕਿਵੇਂ ਲੈਣਾ, ਸਾਡੇ ਜਿਹੜੇ ਕੀ ਆ ਪ੍ਰਸ਼ਾਸਨਿਕ ਅਧਿਕਾਰੀ ਆ ਜਾਂ ਜਿਹੜੀ ਸਰਕਾਰ ਚੁਣੀਆਂ ਜਿਨ੍ਹਾਂ ਨੂੰ ਤਨਖਾਹ ਦੇਣੀਆਂ ਤੁਹਾਡੀਆਂ ਜੇਬਾਂ ਚੋਂ, ਹੁਣ ਭਗਵੰਤ ਮਾਨ ਨੇ ਕਰਨਾ ਕੀ, ਇੱਕ ਗੱਲ ਸਮਝਿਓ ਦੋਸਤੋ। 1996 ਦੇ ਵਿੱਚ ਇੱਕ ਪ੍ਰਕਾਸ਼ ਸਿੰਘ ਯੂਪੀ ਕੇਡਰ ਦਾ ਇੱਕ IPS ਅਫਸਰ ਸੀ ਜਿਹਨੇ ਇੱਕ ਕੇਸ ਦਰਜ ਕੀਤਾ ਕਿ ਪੁਲਿਸ ਦੇ ਵਿੱਚ ਰਿਫਾਰਮਸ ਹੋਣੇ ਚਾਹੀਦੇ ਆ। ਉਹ ਰਿਫਾਰਮ ਦੇ ਵਾਸਤੇ ਦੋਸਤੋ 10 ਸਾਲ ਕੇਸ ਚੱਲਿਆ, ਕਿਸੇ ਨੇ ਕੋਈ ਗੱਲ ਨਾ ਸੁਣੀ। ਉਸੇ ਸਮੇਂ ਦੌਰਾਨ ਦੋਸਤੋ ਪਹਿਲਾਂ 1979 ਚ ਜਦੋਂ ਜਨਤਾ ਗਵਰਨਮੈਂਟ ਬਣੀ ਆ ਤਾਂ ਉਹਨਾਂ ਨੇ ਦੋਸਤੋ ਰਿਫਾਰਮਸ ਬਣਾਏ ਸੀ ਪਰ ਇੰਪਲੀਮੈਂਟ ਨਹੀਂ ਕੀਤੇ। ਫਿਰ ਦੋਸਤੋ 1999 ਚ ਰਿਵੈਰੋ ਕਮਿਸ਼ਨ ਬਣਦਾ, ਉਹਨੇ ਵੀ ਰਿਕਮੈਂਡੇਸ਼ਨ ਦਿੱਤੀਆਂ ਕਿ ਕੀ ਕੁਝ ਹੋਣਾ ਚਾਹੀਦਾ, ਕੋਈ ਇੰਪਲੀਮੈਂਟੇਸ਼ਨ ਨਹੀਂ। ਉਸ ਤੋਂ ਬਾਅਦ 2000 ਦੇ ਵਿੱਚ ਪਦਮਵੀਆ ਕਮੇਟੀ ਬਣਦੀ ਆ, ਉਹਦਾ ਵੀ ਦੋਸਤੋ ਕੀ ਆ ਜਿਹੜੀਆਂ ਰਿਕਮੈਂਡੇਸ਼ਨਾਂ ਕੋਈ ਲਾਗੂ ਨਹੀਂ ਹੁੰਦੀ। ਤੇ ਫਿਰ 2003 ਦੇ ਵਿੱਚ ਮਾਲੀਮਤ ਰਿਪੋਰਟ ਆਉਂਦੀ ਆ ਜਿਹੜੀ ਕੱਲੀ ਪੁਲਿਸ ਦੇ ਵਾਸਤੇ ਨਹੀਂ, ਉਹ ਜੁਡੀਸ਼ੀਅਲ ਸਿਸਟਮ ਦੇ ਰਿਫਾਰਮਸ ਵਾਸਤੇ ਵੀ ਗੱਲ ਕਰਦੀ ਆ ਕਿ ਜੱਜਾਂ ਦੀਆਂ ਛੁੱਟੀਆਂ ਘਟਾਓ ਤੇ ਉਹਨਾਂ ਦੀ ਗਿਣਤੀ ਵਧਾਓ ਤਾਂ ਕਿ ਕੀ ਆ ਲੋਕਾਂ ਦਾ ਵਿਸ਼ਵਾਸ ਪੈਦਾ ਹੋ ਸਕੇ। ਤੇ ਉਹ ਲੋਕ ਕੀ ਆ ਸਾਨੂੰ ਖੱਜਲ ਕਰਦੇ ਆ, ਪਰ ਕੋਈ ਵੀ ਦੋਸਤੋ ਰਿਪੋਰਟ ਲਾਗੂ ਨਹੀਂ ਹੋਈ। ਪਰ 2006 ਦੇ ਵਿੱਚ ਇੱਕ ਫੈਸਲਾ ਆਉਂਦਾ, ਹੁਣ ਗੌਰ ਕਰਿਓ ਤੇ ਹੁਣ ਸਮਝਿਓ ਜੇ ਤੁਹਾਨੂੰ ਲੱਗਿਆ ਕਿ ਸਾਰੇ ਮਸਲਿਆਂ ਦੇ ਹੱਲ ਇਹ 7 ਨੁਕਤਿਆਂ 'ਚ ਆ ਜਿਹੜੇ ਸੁਪਰੀਮ ਕੋਰਟ ਨੇ ਦੋਸਤੋ ਰਿਕਮੈਂਡੇਸ਼ਨ ਦਿੱਤੀਆਂ 7 2006 'ਚ ਹੁਕਮ ਜਾਰੀ ਹੋਇਆ ਤੇ ਉਹ ਸਿਰਫ ਲਾਗੂ ਕਰਨਾ ਭਗਵੰਤ ਮਾਨ ਨੇ, ਕੁਝ ਵੀ ਨਹੀਂ ਕਰਨਾ, ਨਾ ਨਵਾਂ ਕਾਨੂੰਨ ਘੜਨਾ, ਨਾ ਨਵੀਂ ਕੋਈ ਸੇਧ ਦੇਣੀ ਆ। ਸਿਰਫ 2006 'ਚ ਜਿਹੜੀਆਂ ਰਿਕਮੈਂਡੇਸ਼ਨ ਸੁਪਰੀਮ ਕੋਰਟ ਨੇ ਸਟੇਟ ਸਰਕਾਰਾਂ ਨੂੰ ਦਿੱਤੀਆਂ, ਕਿਉਂਕਿ ਜਿਹੜੀ ਸਰਕਾਰ ਆ ਨਾ ਲੋਕਲ ਪੁਲਿਸ ਪ੍ਰਸ਼ਾਸਨ ਆ ਉਹ ਸਟੇਟ ਦੇ ਅੰਡਰ ਆਉਂਦਾ, ਸਟੇਟ ਲਿਸਟ ਦੇ ਅੰਡਰ ਆਉਂਦਾ। ਤੇ 7 ਰਿਕਮੈਂਡੇਸ਼ਨਾਂ ਸਮਝਿਓ ਤੇ ਜੇ ਤੁਹਾਨੂੰ ਹੱਲ ਲੱਗਿਆ ਤਾਂ ਇਸ ਚੀਜ਼ ਨੂੰ ਵਾਇਰਲ ਕਰਿਓ। ਸਭ ਤੋਂ ਪਹਿਲੀ ਰਿਕਮੈਂਡੇਸ਼ਨ ਜਿਹੜੀ ਦੋਸਤੋ ਉਹਨਾਂ ਨੇ ਦਿੱਤੀ ਸੀ, ਸਟੇਟ ਸਿਕਿਉਰਿਟੀ ਕਮਿਸ਼ਨ ਬਣਨਾ ਚਾਹੀਦਾ, ਜਿਹੜਾ ਇਹ ਗੱਲ ਕੀ ਆ ਦੋਸਤੋ ਕਲੀਅਰ ਕਰੇ ਕਿ ਸਟੇਟ ਦਾ ਮਤਲਬ ਸਰਕਾਰ ਦਾ ਪੁਲਿਸ ਤੇ ਕਿੰਨਾ ਕੁ ਜ਼ਿਆਦਾ ਦੋਸਤੋ ਕੀ ਆ ਗਲਬਾ ਪਿਆ ਹੋਇਆ। ਜੇ ਵੱਧ ਗਲਬਾ ਬਣਦਾ ਤਾਂ ਉਹਨੂੰ ਕੰਟਰੋਲ ਕੀ ਆ ਉਸ ਕਮਿਸ਼ਨ ਨੇ ਕਰਨਾ ਦੋਸਤੋ। ਸਟੇਟ ਸਿਕਿਉਰਿਟੀ ਕਮਿਸ਼ਨ ਬਣਾਉਣਾ ਜ਼ਰੂਰੀ ਆ ਹਰ ਸਟੇਟ ਵਾਸਤੇ, ਪਰ ਕਿਸੇ ਨੇ ਨਹੀਂ ਬਣਾਇਆ। ਸਭ ਤੋਂ ਪਹਿਲਾ ਜਿਹੜਾ ਸੀ। ਦੂਸਰਾ ਦੋਸਤੋ ਕੀ ਆ, ਇੱਕ ਸਪੈਸ਼ਲ ਕਾਨੂੰਨ ਕਿਹਾ ਸੀਗਾ ਸੁਪਰੀਮ ਕੋਰਟ ਦੇ ਆਰਡਰ ਨੇ ਕਿ ਕੋਈ ਵੀ ਸਬ ਇੰਸਪੈਕਟਰ ਲੱਗਦਾ, ਕੋਈ SHO ਲੱਗਦਾ ਤਾਂ ਮਿਨੀਮਮ 2 ਸਾਲ ਵਾਸਤੇ ਅਪਾਇੰਟ ਹੋਣਾ ਚਾਹੀਦਾ। ਇੱਥੇ ਜਦੋਂ ਸਰਕਾਰਾਂ ਦੋਸਤੋ ਬਦਲ ਜਾਂਦੀਆਂ ਨੇ ਨਾਲ ਦੀ ਨਾਲ DGP ਬਦਲ ਦਿੱਤੇ ਜਾਂਦੇ ਆ। ਕਿਉਂ ਬਦਲ ਦਿੱਤੇ ਜਾਂਦੇ ਆ? ਕਿਉਂਕਿ ਆਪਦੇ ਚਹੇਤੇ ਲਾਏ ਜਾਂਦੇ ਆ। 2 ਸਾਲ ਦੀ ਦੋਸਤੋ ਟਰਮ ਹੋਣੀ ਚਾਹੀਦੀ ਆ, ਜ਼ਰੂਰੀ ਆ। ਫਿਰ ਪੁਲਿਸ ਅਧਿਕਾਰੀ ਇਹਨਾਂ ਦੀ ਕੀ ਆ ਤਾੜ ਨਹੀਂ ਮੰਨਦੇ ਨਾ ਦਾ ਮੰਨਣ। 2 ਸਾਲ ਮਿਨੀਮਮ ਪੀਰੀਅਡ ਕੀ ਆ ਉਹ ਕਹਿੰਦੇ ਤੈਅ ਹੋਣਾ ਚਾਹੀਦਾ, ਉਹ ਬਦਲਨੇ ਨਹੀਂ ਚਾਹੀਦੇ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਗੱਲ ਆਖੀ ਸੀ ਦੋਸਤੋ ਵੀ DGP ਦੇ ਵੀ ਜਿਹੜੇ ਰੱਖਣੇ ਆ। ਹੁਣ ਜਸਟਿਸ ਥਾਮਸ ਦੋਸਤੋ ਇੱਕ ਕੀ ਆ ਇਸ ਦੀ ਚੈਕਿੰਗ ਵਾਸਤੇ ਸੁਪਰੀਮ ਕੋਰਟ ਨੂੰ ਵੱਲੋਂ ਅਪਾਇੰਟ ਵੀ ਕੀਤਾ ਗਿਆ ਤੇ ਉਹਨੇ ਰਿਪੋਰਟ ਸਬਮਿਟ ਕਰਾਈ ਕਿ ਕਿਸੇ ਵੀ ਸਟੇਟ ਨੇ ਉਹ ਚੀਜ਼ ਲਾਗੂ ਨਹੀਂ ਕੀਤੀ, ਮੈਰਿਟ ਬਾਨੀ ਜ਼ਰੂਰੀ ਕਰਤੀ ਸੀ। ਤੀਜੀ ਜਿਹੜਾ ਦੋਸਤੋ ਕੀ ਆ ਰਿਕਮੈਂਡੇਸ਼ਨ ਉਹੀ ਆ ਇਹਨਾਂ ਦੀ ਜਿਹੜੀ ਹੈਗੀ ਆ ਉਹ ਚ ਦੱਸਿਆ ਵੀ ਮੈਰਿਟ ਬੇਸ ਤੇ ਅਪਾਇੰਟਮੈਂਟ ਹੋਣੀ ਚਾਹੀਦੀ ਆ। ਪੰਜਾਬ ਦੇ ਵਿੱਚ ਉਹ ਚੀਜ਼ ਕੀ ਆ ਪਿੱਛੇ ਜੇ ਹੋਈ ਸੀ ਕਿ 3 DGP ਕੀ ਆ ਉਹਨਾਂ ਨੂੰ ਦੱਸੇ ਗਏ ਸੀ ਵੀ ਆਹ ਸੀਨੀਅਰਟੀ ਆਧਾਰ ਤੇ ਬਣਦੇ ਆ, ਤੁਸੀਂ ਜਿਹਨੂੰ ਮਰਜ਼ੀ ਬਣਾ ਦਿਓ। ਉਹ ਚੀਜ਼ਾਂ ਹੇਠਲੇ ਲੈਵਲ ਤੱਕ ਹੋਣੀਆਂ ਚਾਹੀਦੀਆਂ ਨੇ। ਇਹਦੇ ਵਾਸਤੇ ਦੋਸਤੋ 2 ਨੰਬਰ ਤੇ 3 ਨੰਬਰ ਜਿਹੜੇ ਕੀ ਆ ਗਾਈਡਲਾਈਨ ਸੀਗੀਆਂ ਉਹ ਇਸੇ ਦੇ ਉੱਤੇ ਸੀ। ਤੇ ਇਸੇ ਦੋਸਤੋ ਜਿਹਦੀ ਮੈਂ ਗੱਲ ਕੀਤੀ ਆ ਜਿਨ੍ਹਾਂ ਨੇ ਕੀ ਆ ਕਾਨੂੰਨ ਬਣਵਾਇਆ 2006 ਦੇ ਵਿੱਚ ਬਣਿਆ ਪ੍ਰਕਾਸ਼ ਸਿੰਘ IPS। ਉਹਨਾਂ ਨੇ ਦੋਸਤੋ ਇੱਕ UP ਸਰਕਾਰ ਨੂੰ ਨਾ 10 IPS ਤੇ 10 IAS ਅਫਸਰਾਂ ਦੀ ਲਿਸਟ ਦਿੱਤੀ ਤੇ ਲਿਸਟ ਦੇ ਕੇ ਕਿਹਾ ਸੀ ਕਿ ਆਹ 20 ਬੰਦੇ ਸਭ ਤੋਂ ਕਰਪਟ ਨੇ, ਤੁਸੀਂ ਜੇ ਇਹਨਾਂ ਦੇ ਕਾਰਵਾਈ ਕਰਨਾ ਚਾਹੁੰਦੇ ਹੋ ਤਾਂ ਉਹ ਕਹਿੰਦੇ ਅਸੀਂ ਕੀ ਆ ਸਪੋਰਟਿੰਗ ਮਾਫੀ ਚਾਹਣਾ। ਜਿਹੜੇ ਸਪੋਰਟਿੰਗ ਡਾਕੂਮੈਂਟ ਦੀ ਮੈਂ ਗੱਲ ਕਰਨ ਲੱਗਾ ਜਦੋਂ ਸਪੋਰਟਿੰਗ ਡਾਕੂਮੈਂਟ ਉਹ IPS ਅਧਿਕਾਰੀ ਕਹਿੰਦਾ ਕਿ ਅਸੀਂ ਪ੍ਰੋਵਾਈਡ ਕਰਾਉਣੇ ਆ, ਤੁਸੀਂ ਕਾਰਵਾਈ ਕਰੋ। ਕੋਈ ਕਾਰਵਾਈ ਨਹੀਂ ਕੀਤੀ ਗਈ ਯਾਰ। ਅਖੀਰ ਕਹਿੰਦੇ ਮੈਨੂੰ ਇੱਕ ਵੱਡੇ ਮਿਨਿਸਟਰ ਨੇ ਕਹਿੰਦੇ ਮੇਰੇ ਨਾਲ ਗੱਲ ਕੀਤੀ ਤੇ ਕਿਹਾ ਕਿ ਸਾਡਾ ਕੰਮ ਤੂੰ ਸੌਖਾ ਕਰਤਾ, ਸਾਨੂੰ ਜਿਹੜੇ ਬੰਦਿਆਂ ਦੀ ਲੋੜ ਸੀ ਅਪਾਇੰਟਮੈਂਟ ਵਾਸਤੇ ਤੂੰ ਸਾਨੂੰ ਲਿਸਟ ਬਣਾ ਕੇ ਦੇਤੀ। ਮੋਸਟ ਕਰਪਟ ਬੰਦੇ ਮਤਲਬ UP ਦੇ ਵਿੱਚ ਅਪਾਇੰਟ ਕੀਤੇ ਗਏ ਉਹ ਕਹਿੰਦੇ, ਉਹਨਾਂ ਨੇ ਓਪਨਲੀ ਕਿਹਾ ਉਸ IPS ਅਧਿਕਾਰੀ ਨੇ। ਚੌਥੀ ਦੋਸਤੋ ਜਿਹੜੀ ਕੀ ਆ ਗਾਈਡਲਾਈਨ ਸੀ ਉਹ ਸੀਗੀ ਕਿ ਇਨਵੈਸਟੀਗੇਸ਼ਨ ਤੇ ਲਾ ਐਂਡ ਆਰਡਰ ਵਿੰਗ ਕੀ ਆ ਦੋਨੇ ਅਲੱਗ-ਅਲੱਗ ਵਿੰਗ ਹੋਣੇ ਚਾਹੀਦੇ ਆ। ਹੁਣ ਇਹ ਵਿੰਗ ਤੇ ਗੌਰ ਕਰਿਓ ਦੋਸਤੋ ਕੀ ਨੇ। ਇੱਕ ਤੁਹਾਨੂੰ ਕੇਸ ਸਟੱਡੀ ਦੀ ਦੱਸਦਾ ਦੋਸਤੋ, ਜਿਵੇਂ ਆਸਟ੍ਰੇਲੀਆ 'ਚ ਕਹਿੰਦੇ ਕੋਈ ਕ੍ਰਾਈਮ ਹੁੰਦਾ ਤਾਂ ਉੱਥੇ ਜਦੋਂ ਕੀ ਇਨਫੋਰਮੇਸ਼ਨ ਵਗ ਜਾਂਦੀ ਆ 100 ਨੰਬਰ, ਜਿਵੇਂ ਆਪਣੇ 100 ਨੰਬਰ ਤੇ ਕਾਲ ਜਾਂਦੀ ਉਹਨਾਂ ਨੂੰ ਕਾਲ ਵਗ ਗਈ ਤਾਂ ਨਾਲ ਦੀ ਨਾਲ ਦੋਸਤੋ ਉੱਥੇ ਕੀ ਹੁੰਦਾ, ਪੁਲਿਸ ਪਾਰਟੀਆਂ ਪਹੁੰਚਦੀਆਂ। ਪਹਿਲੀ ਪਾਰਟੀ ਜਿਹੜੀ ਪਹੁੰਚਦੀ ਆ ਨਾ ਤਾਂ ਉਹ ਘੇਰਾ ਬਣਾ ਕੇ ਖੜ ਜਾਂਦੀ ਆ ਵਾਰਦਾਤ ਦੇ ਉੱਪਰ। ਉਹ 'ਚ ਕੀ ਆ ਬੋਡੀ ਬਿਲਡਰ ਟਾਈਪ ਬੰਦੇ ਹੁੰਦੇ ਆ ਜਿਹੜੇ ਫਿਜ਼ੀਕਲੀ ਸਟਰੋਂਗ ਹੁੰਦੇ ਆ। ਉਹ ਕੋਈ ਕਿਸੇ ਚੀਜ਼ ਨੂੰ ਛੇੜਛਾੜ ਨਹੀਂ ਕਰਨ ਦਿੰਦੇ, ਲੋਕਾਂ ਨੂੰ ਸਿਰਫ ਘੇਰਾ ਬਣਾ ਕੇ ਖੜਨਾ ਉਹਨਾਂ ਦਾ ਕੰਮ ਆ। ਤੇ ਉਸ ਤੋਂ ਬਾਅਦ ਦੋਸਤੋ ਜਿਹੜੇ ਦੂਸਰੀ ਕੀ ਆ ਫੋਰਸ ਪਹੁੰਚਦੀ ਆ ਉਹਨਾਂ ਦਾ ਕੰਮ ਹੁੰਦਾ ਦੋਸਤੋ ਫੋਰੈਂਸਿਕ ਵਾਲੇ ਪਹੁੰਚਦੇ ਆ, ਉਹ ਕੱਲੇ ਐਵੀਡੈਂਸ ਨੂੰ ਕਲੈਕਟ ਕਰਦੇ ਆ। ਤੇ ਫਿਰ ਤੀਸਰੀ ਟੀਮ ਜਿਹੜੀ ਹੁੰਦੀ ਆ ਦੋਸਤੋ ਉਹ ਡਾਕੂਮੈਂਟਸ ਦਾ ਕੰਮ ਕਰਦੀ ਆ, ਉਹ ਕਾਗਜ਼ੀ ਕਾਰਵਾਈ ਕਰਦੀ ਆ।
ਤੇ ਤਿੰਨਾਂ ਦਾ ਆਪਸ ਦੇ ਵਿੱਚ ਕੋਈ ਤਾਲਮੇਲ ਨਹੀਂ ਹੁੰਦਾ ਤੇ ਆਪਸ ਵਿੱਚ ਇੱਕ ਦੂਜੇ ਦਾ ਨਾਂ ਵੀ ਨਹੀਂ ਪੁੱਛ ਸਕਦੇ ਤੇ ਨਾ ਤਿੰਨੇ ਜਿਹੜੇ ਆਉਂਦੇ ਆ ਆਪਸ ਵਿੱਚ ਗੱਲ ਕਰ ਸਕਦੇ ਆ। ਤੇ ਤਿੰਨੇ ਆਪਦੀਆਂ ਰਿਪੋਰਟਾਂ ਲਿਜਾ ਕੇ ਜਦੋਂ ਦੋਸਤੋ ਸਬਮਿਟ ਕਰਾਉਂਦੇ ਆ ਤਾਂ ਉਹ ਕਿਸੇ ਹੋਰ ਸ਼ਹਿਰ ਦੇ ਇੱਕ ਜੱਜ ਦੇ ਲੈਵਲ ਦਾ ਅਧਿਕਾਰੀ ਹੁੰਦਾ, ਉਹਨੂੰ ਸਬਮਿਟ ਕਰਵਾਈਆਂ ਜਾਂਦੀਆਂ, ਜਿਹੜਾ ਫਿਰ ਤਿੰਨਾਂ ਦੀ ਅਲੱਗ-ਅਲੱਗ ਤੋਂ ਰਿਪੋਰਟ ਲੈ ਕੇ ਦੋਸਤੋ ਉਹਦੇ ਤੇ ਚਾਰਜ ਫਰੇਮ ਕਰਦਾ ਕਿ ਕੀ ਧਾਰਾ ਲੱਗਣੀ ਚਾਹੀਦੀ ਆ। ਤੇ ਚਾਰਜ ਫਰੇਮ ਕਰਨ ਤੋਂ ਬਾਅਦ ਦੋਸਤੋ ਬੜੀ ਜਲਦੀ ਫਿਰ ਫੈਸਲਾ ਲੈਣਾ ਕੋਈ ਔਖਾ ਨਹੀਂ ਤੇ ਕੋਈ ਬੰਦਾ ਉਹਨੂੰ ਮੈਨੂਪੂਲੇਟ ਇਫੈਕਟ ਨਹੀਂ ਕਰ ਸਕਦਾ, ਤਾਂ ਬਹੁਤ ਤਰ੍ਹਾਂ ਉਹ 'ਚ ਇਨਵੋਲਵ ਕਰ ਦਿੱਤੀਆਂ ਜਾਂਦੀਆਂ ਨੇ। ਤੇ ਸਾਡੇ ਇੱਕੋ ਬੰਦੇ ਕੋਲੇ ਸਾਰਾ ਕੁਝ ਹੁੰਦਾ, ਫੋਰੈਂਸਿਕ ਟੀਮ ਬਣਦੀਆਂ ਵੀ ਹੈਗੀਆਂ ਨੇ, ਪਰ ਵਰਤਦਾ ਕੌਣ ਆ? ਇੱਥੇ ਐਵੀਡੈਂਸ ਦੋਸਤੋ ਕੋਈ ਕਲੈਕਟ ਨਹੀਂ ਕੀਤੇ ਜਾਂਦੇ, ਕੋਈ ਉਹਦੇ ਤੇ ਮੱਥਾ ਨਹੀਂ ਮਾਰਿਆ ਜਾਂਦਾ। ਸਿਰਫ ਕੀਤਾ ਕੀ ਜਾਂਦਾ, ਜਿਵੇਂ ਬਾਂਦਰ ਨੂੰ ਕੁੱਟ ਕੇ ਮਨਾਇਆ ਸੀ ਨਾ, ਕਹਿੰਦੇ ਕਿ ਮੈਂ ਸ਼ੇਰ ਆ, ਉਹੀ ਤਰੀਕੇ ਨਾਲ ਕੁੱਟ ਕੇ ਮਨਾਇਆ ਜਾਂਦਾ ਤੇ ਪੁਲਿਸ ਹੱਥ ਨਹੀਂ ਚੱਕ ਸਕਦੀ। ਇਹਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ। ਤੇ ਪੰਜਵਾਂ ਸੀਗਾ ਪੁਲਿਸ ਐਸਟੈਬਲਿਸ਼ਮੈਂਟ ਬੋਰਡ ਬਣਨਾ ਚਾਹੀਦਾ, ਜਿਹੜੇ ਤਬਾਦਲੇ ਤਰੱਕੀਆਂ ਦੇ ਉੱਤੇ ਪੂਰੀ ਤਰ੍ਹਾਂ ਦੋਸਤੋ ਨਜ਼ਰਸ਼ਾਨੀ ਰੱਖੇ। ਤੇ ਜਿਹੜਾ ਛੇਵੀਂ ਚੀਜ਼ ਸੀ ਉਹ ਸੀ ਪਬਲਿਕ ਕੰਪਲੇਨ ਅਥਾਰਟੀ ਬਣਾਉਣੀ ਜ਼ਰੂਰੀ ਆ। ਸੁਪਰੀਮ ਕੋਰਟ ਦਾ ਆਰਡਰ ਆ ਕਿ ਜੇ ਪੁਲਿਸ ਅਧਿਕਾਰੀ ਕੋਈ ਗਲਤ ਕਰਦਾ ਤਾਂ ਉਹਦੀ ਜਿਹੜਾ ਪਬਲਿਕ ਆ ਉਹਦੀ ਕੰਪਲੇਂਟ ਦੀ ਸੁਣਵਾਈ ਹੋਣ ਵਾਸਤੇ ਇੱਕ ਅਥਾਰਟੀ ਬਣਨੀ ਜ਼ਰੂਰੀ ਆ। ਸੁਪਰੀਮ ਕੋਰਟ ਦਾ ਆਰਡਰ ਆ 2006 ਦਾ, ਸਿਰਫ ਲਾਗੂ ਕਰਨਾ ਭਗਵੰਤ ਮਾਨ ਸਾਹਿਬ ਨੇ। ਤੇ ਸੱਤਵੀਂ ਚੀਜ਼ ਨੈਸ਼ਨਲ ਸਿਕਿਉਰਿਟੀ ਕਮਿਸ਼ਨ ਬਣਾਉਣ ਵਾਸਤੇ ਆਖਿਆ। ਤੇ 7 ਚੀਜ਼ਾਂ ਦੋਸਤੋ ਜੇ ਲਾਗੂ ਹੋ ਜਾਣ ਨਾ ਸਾਡੇ ਸਾਰੇ ਮਸਲੇ ਹੱਲ ਹੁੰਦੇ ਆ, ਕੱਲਾ ਮਸਲਾ। ਪਰ ਉਹਦੇ ਵਾਸਤੇ ਦੋਸਤੋ ਇਹਨਾਂ 7 ਮਸਲਿਆਂ ਦੀ ਸਾਨੂੰ ਸਮਝ ਚਾਹੀਦੀ ਆ। ਇਹ 22 ਸਤੰਬਰ 2006 ਦਾ ਸੁਪਰੀਮ ਕੋਰਟ ਦਾ ਫੈਸਲਾ ਕੋਈ ਸਟੇਟ ਲਾਗੂ ਕਿਉਂ ਨਹੀਂ ਕਰਦਾ? ਕਿਉਂਕਿ ਉਹਨਾਂ ਨੇ ਵੀ ਅੰਗਰੇਜ਼ਾਂ ਵਾਂਗੂ ਪੁਲਿਸ ਨੂੰ ਕੁੱਤਿਆਂ ਵਾਂਗੂ ਵਰਤਣਾ, ਉਹਨਾਂ ਨੂੰ ਕੀ ਲੋੜ ਆ ਯਾਰ ਕਰਨ ਦੀ। ਇਹਦੇ ਵਾਸਤੇ ਸਾਨੂੰ ਦੋਸਤੋ ਬੋਲਣਾ ਪਊ, ਆਵਾਜ਼ ਬੁਲੰਦ ਕਰਨੀ ਪਊ ਤੇ ਸਮਝ ਬਣਾਉਣੀ ਪਊ। ਤੇ ਹੁਣ ਦੋਸਤੋ ਮੈਂ ਗੱਲ ਕਰਦਾ ਕਿ ਇਹ ਚੀਜ਼ਾਂ ਹੁਣ ਕਰਨੀਆਂ ਕਿਵੇਂ ਨੇ। ਕੁਝ ਗੱਲਾਂ ਜਿਹੜੀਆਂ ਮੈਂ ਕਿ ਅਸੀਂ ਕਰ ਸਕਦੇ ਆ, ਕਹਿ ਕੇ ਆਪਾਂ ਆਵਾਜ਼ ਬੁਲੰਦ ਕਰਨੀ ਆ। ਸਭ ਤੋਂ ਪਹਿਲਾ ਕੰਮ ਤਾਂ ਦੋਸਤੋ 1 ਲੱਖ ਮਗਰ 181 ਪੁਲਿਸ ਮੁਲਾਜ਼ਮ ਰੱਖਣੇ ਜ਼ਰੂਰੀ ਨੇ ਤੇ ਪੁਲਿਸ ਭਰਤੀਆਂ ਕਰੇ। ਪੰਜਾਬ ਦੇ ਵਿੱਚ 130 ਦੇ ਕਰੀਬ ਦੋਸਤੋ ਕਹਿੰਦੇ ਆ, ਮੈਂ ਕਿ ਨਫਰੀ ਅਜੇ ਲੱਖ ਮਗਰ ਲਾਈਏ ਤਾਂ ਮੈਂ ਕਹਿਣਾ ਵੀ ਭਰਤੀ ਕਰੇ। ਠੀਕ ਹੈ ਨਾ, ਸਰਕਾਰ ਨੂੰ ਲੋੜ ਆ ਅੱਜ ਵੱਧ ਤੋਂ ਵੱਧ ਬੰਦੇ ਰੱਖੇ ਜਾਣ। ਦੂਸਰਾ ਦੋਸਤੋ ਪੁਲਿਸ ਸਟੇਸ਼ਨਾਂ ਦੇ ਵਿੱਚ ਕੈਮਰੇ ਲੱਗਣੇ ਜ਼ਰੂਰੀ ਆ, ਤਾਂ ਕਿ ਕਿਸੇ ਨਾਲ ਬਦਤਮੀਜ਼ੀ ਜਾਂ ਕਿਸੇ ਦੀ ਕੁੱਟਮਾਰ ਨਜਾਇਜ਼ ਜੇ ਪੁਲਿਸ ਕਰਦੀ ਆ ਤਾਂ ਉੱਥੇ ਕੈਮਰੇ ਲੱਗਣੇ ਜ਼ਰੂਰੀ ਆ। ਤੇ ਉਹਦਾ ਦੋਸਤੋ ਕੰਟਰੋਲ ਵੀ ਇੱਕ ਹੋਣਾ ਚਾਹੀਦਾ। ਹਰ ਥਾਣੇ ਦੇ ਅੰਦਰ ਕੈਮਰਾ ਲੱਗਣਾ ਜ਼ਰੂਰੀ ਆ। ਅਸੀਂ ਬਾਹਰਲੇ ਕੈਮਰਿਆਂ ਨੂੰ ਕਹਿੰਦੇ ਆ, ਲੋਕ ਤਾਂ ਪੁਲਿਸ ਤੋਂ ਡਰੀ ਜਾਂਦੇ ਆ, ਕ੍ਰਿਮੀਨਲ ਨਾਲੋਂ ਵੱਧ ਪੁਲਿਸ ਤੋਂ ਡਰ ਲੱਗੀ ਜਾਂਦਾ। ਇਸ ਕਰਕੇ ਥਾਣਿਆਂ ਦੇ ਅੰਦਰ ਕੈਮਰੇ ਲੱਗਣੇ ਜ਼ਰੂਰੀ ਆ ਹਰ ਜਗ੍ਹਾ ਤੇ। 30% ਵੂਮਨਸ ਹੋਣੀਆਂ ਜ਼ਰੂਰੀ ਆ ਹਰ ਥਾਣੇ ਦੇ ਵਿੱਚ। ਤੇ ਅਗਲੀ ਦੋਸਤੋ ਕਾਂਸਟੇਬਲ ਦੇ ਵਰਕਿੰਗ ਕੰਡੀਸ਼ਨ ਯਾਰ ਸੁਧਾਰਨ ਦੀ ਲੋੜ ਆ। 24 ਘੰਟੇ ਡਿਊਟੀ ਦੇ ਕੇ ਬੰਦੇ ਤੋਂ ਪੀਸ ਆਫ ਮਾਈਂਡ ਅਸੀਂ ਚੰਗਾ ਵਿਹਾਰ ਭੱਲ ਗਏ, ਕਿੱਥੋਂ ਕਰਨਗੇ ਉਹ? ਬਹੁਤ ਮੁਸ਼ਕਲ ਆ। ਹੁਣ ਕੇਰਲਾ ਸਟੇਟ ਦੀ ਗੱਲ ਕਰੀਏ ਦੋਸਤੋ, ਉੱਥੇ ਇੱਕ ਜਨਮੈਤਰੀ ਸਕੀਮ ਚੱਲਦੀ ਆ, 2008 ਦੇ ਵਿੱਚ ਲਾਂਚ ਕੀਤੀ ਸੀ। ਤੇ ਇਹੋ ਜਿਹਾ ਮਾਹੌਲ ਬਣਾਤਾ ਕੇਰਲਾ ਦਾ। ਪੁਲਿਸ ਉੱਥੇ ਜਾ ਕੇ ਬਲੱਡ ਡੋਨੇਸ਼ਨ ਕੈਂਪ ਲਾਉਂਦੀ ਆ, ਲੋਕਾਂ ਨਾਲ ਡੇਲੀ ਜਾ ਕੇ ਮੀਟਿੰਗਾਂ ਕਰਦੀ ਆ, ਘਰਾਂ 'ਚ ਜਾਂਦੇ ਆ। ਐਡਾ ਵਧੀਆ ਮਾਹੌਲ, ਉਹ ਚਾਹੁੰਦੇ ਆ ਕਿ ਸਾਡੇ ਘਰੇ ਮੁਲਾਜ਼ਮ ਆਉਣ ਤੇ ਇੱਥੇ ਦੇਖ ਕੇ ਤਾਪ ਚੜ ਜਾਂਦਾ। ਉਹ ਮਾਹੌਲ ਬਣਾਏ ਗਏ, ਇੱਕ ਸਕੀਮ ਚਲਾਈ ਗਈ ਸੀ 2008 ਤੋਂ ਲੈ ਕੇ। ਤੇ ਉਹ ਸਕੀਮ ਦਾ ਦੋਸਤੋ ਰਿਜ਼ਲਟ ਕੀ ਆਉਂਦਾ? ਪਿੱਛੇ ਜੇ ਰਿਪੋਰਟ ਜਦੋਂ ਦੇਖੀ ਤਾਂ ਕਹਿੰਦੇ ਵੀ ਜਿਵੇਂ ਆਪਾਂ 100 ਨੰਬਰ ਤੇ ਕਾਲ ਕਰਕੇ ਪੁਲਿਸ ਨੂੰ ਬੁਲਾਉਣੇ ਆ ਤਾਂ ਕੰਪਲੇਂਟਸ ਕਿੰਨੀਆਂ ਹੋਈਆਂ ਉਸ ਨੰਬਰ ਤੇ? ਸਭ ਤੋਂ ਵੱਧ ਕੇਰਲਾ 'ਚ ਹੋਈਆਂ। ਤੇ ਉੱਥੇ ਜਨਮੈਤਰੀ ਸਕੀਮ ਦਾ ਰਿਜ਼ਲਟ ਇਹ ਨਹੀਂ ਕਿ ਉੱਥੇ ਜ਼ਿਆਦਾ ਕ੍ਰਾਈਮ ਹੋਣ ਲੱਗ ਗਿਆ, ਉੱਥੇ ਲੋਕਾਂ ਨਾਲ ਫਰੈਂਡਲੀ ਹੋਣ ਕਰਕੇ ਲੋਕ ਬੋਲਣ ਲੱਗ ਗਏ। ਸਾਡੇ ਯਾਰ ਲੋਕ ਡਰੀ ਜਾਂਦੇ ਆ। ਪੰਜਾਬ ਪੁਲਿਸ ਮੈਂ ਕਹਿੰਦਾ ਥਾਣੇ ਕੰਨੀ ਕੋਈ ਮੂੰਹ ਨਹੀਂ ਕਰਦਾ। ਆਪਦੇ ਜਦੋਂ ਪੈਂਦੀ ਆ ਫੇਰ ਬੰਦਾ ਥਾਣੇ ਜਾਂਦਾ, ਨਹੀਂ ਬੰਦਾ ਥਾਣੇ ਜਾਣ ਤੋਂ ਅਗਲਾ ਗਰੇਜ ਕਰਦਾ, ਕਿਉਂਕਿ ਉੱਥੇ ਬਿਹਾਰ ਜਿਹੜਾ ਹੁੰਦਾ ਕਿਸ ਤਰੀਕੇ ਨਾਲ ਸਾਨੂੰ ਟੈਕਲ ਕੇ ਹੈਂਡਲ ਕਰਦੇ ਆ, ਉਸ ਚੀਜ਼ ਨੂੰ ਦੇਖ ਕੇ ਲੋਕ ਉਹਦੇ ਸੁਰੱਖਿਅਤ ਨਹੀਂ, ਸੁਰੱਖਿਅਤ ਮਹਿਸੂਸ ਕਰਦੇ ਆ। ਜਿਹੜੀ ਸਾਡੇ ਸੁਰੱਖਿਆ ਵਾਸਤੇ ਬਣੀ ਹੋਈ ਅਥਾਰਟੀ, ਅਸੀਂ ਉਸੇ ਤੋਂ ਡਰੀ ਜਾਂਦੇ ਆ। ਕਾਰਨ ਕੀ ਆ ਕਿ ਮਾਹੌਲ ਨਹੀਂ ਉਹ ਬਣਾ ਸਕੇ। ਕੇਰਲਾ ਪੜ੍ਹੇ ਲਿਖੇ ਲੋਕ ਨੇ ਦੋਸਤੋ, ਕੱਲੀ ਸਟੇਟ ਆ ਜਿੱਥੇ ਸਭ ਤੋਂ ਵੱਧ ਕ੍ਰਾਈਮ ਰਿਪੋਰਟਸ ਜਿੱਥੇ ਵੱਧ ਆਉਂਦੀਆਂ ਸਭ ਤੋਂ ਵੱਧ। ਉਹ ਕਿਉਂ ਆਉਂਦੀਆਂ? ਇਹ ਨਹੀਂ ਕਿ ਉੱਥੇ ਕ੍ਰਾਈਮ ਵੱਧ ਆ। ਹਰਿਆਣੇ 'ਚ ਕਹਿੰਦੇ 0 ਆਈ ਤੇ ਯੂਪੀ ਦੇ ਵਿੱਚ 119 ਕੰਪਲੇਂਟਸ ਆਈਆਂ। ਤੇ ਦੋਸਤੋ ਕੇਰਲਾ 'ਚ 1000 ਤੋਂ ਉੱਪਰ ਕੰਪਲੇਂਟਸ ਆਉਂਦੀਆਂ। ਇਹਦਾ ਮਤਲਬ ਇਹ ਨਹੀਂ ਕਿ ਉੱਥੇ ਕ੍ਰਾਈਮ ਵੱਧਦਾ। ਉੱਥੇ ਕ੍ਰਾਈਮ ਦੋਸਤੋ ਡਿਟੈਕਟ ਵੀ ਕਰਦੇ, ਉਹਦੇ ਕਾਰਵਾਈ ਕੀਤੀ ਜਾਂਦੀ ਆ। ਤਾਂ ਕਰਕੇ ਲੋਕਾਂ ਨੂੰ ਵਿਸ਼ਵਾਸ ਬਣਿਆ ਹੋਇਆ, ਲੋਕ ਵਿਸ਼ਵਾਸ ਕਰਦੇ ਆ। ਇਸੇ ਕਰਕੇ ਇਹ ਚੀਜ਼ ਦੀ ਲੋੜ ਆ। ਮਹਾਰਾਸ਼ਟਰ ਦੇ ਵਿੱਚ ਦੋਸਤੋ ਇੱਕ ਖੋਪੜੇ ਨਾਂ ਦਾ ਇੱਕ ਅਧਿਕਾਰੀ ਸੀ, ਉਹਦਾ ਜਗ੍ਹਾ ਦਾ ਨਾਂ ਸੀ ਭਿਵਾਂਡੀ। ਇੱਕ ਜਗ੍ਹਾ ਗਈ ਉੱਥੇ ਸ਼ਹਿਰ ਆ, ਜਿਹਦੇ ਵਿੱਚ ਉਹਨੂੰ ਅਪੁਆਇੰਟ ਕੀਤਾ ਜਾਂਦਾ, ਜਿਹੜਾ ਉੱਥੇ 70 ਮੁਹੱਲਿਆਂ ਦੇ ਵਿੱਚ ਕਮੇਟੀਆਂ ਤਿਆਰ ਕਰਦਾ। ਤੇ ਉਹਨਾਂ ਕਮੇਟੀਆਂ ਦੇ ਵਿੱਚ ਦੋਸਤੋ ਇਹੋ ਜਿਹੇ ਤਰੀਕੇ ਨਾਲ ਕੰਮ ਕੀਤਾ ਗਿਆ ਕਿ 1993 'ਚ ਜਦੋਂ ਜਿੱਥੇ ਸਭ ਤੋਂ ਵੱਧ ਹਿੰਦੂ ਮੁਸਲਮਾਨ ਦੇ ਦੰਗੇ ਹੁੰਦੇ ਸੀ ਤੇ 1993 ਦੇ ਦੰਗਿਆਂ ਦੇ ਵਿੱਚ ਉੱਥੇ ਲੋਕਾਂ ਦਾ ਇੰਨਾ ਕੁ ਵਧੀਆ ਫਰੈਂਡਲੀ ਮਾਹੌਲ ਸੀ ਕਿ ਇੱਕ ਵੀ ਉੱਥੇ ਵਾਰਦਾਤ ਨਹੀਂ ਹੋਈ ਤੇ ਲੋਕਾਂ ਨੇ ਬੜੇ ਵਧੀਆ ਤਰੀਕੇ ਨਾਲ ਇੱਕ ਦੂਜੇ ਨਾਲ ਭਾਈਚਾਰਾ ਕਾਇਮ ਰੱਖਿਆ। ਤਾਂ ਪੁਲਿਸ ਪ੍ਰਸ਼ਾਸਨ ਕੀ ਨਹੀਂ ਕਰ ਸਕਦਾ, ਪਰ ਕਰੂਗਾ ਤਾਂ ਜਿਹਾ ਰਾਜਾ ਤੇਹੀ ਪਰਜਾ। ਮੈਂ ਕਹਿੰਦਾ ਨੀਤ ਰਾਜੇ ਦੀ ਸਿੱਧੀ ਹੋਣੀ ਚਾਹੀਦੀ ਆ। ਤੇ ਰਾਜਾ ਸਾਹਿਬ ਨੂੰ ਬੇਨਤੀ ਕਰੋ ਕਿ 2006 ਦਾ ਜਿਹੜਾ
ਸੁਪਰੀਮ ਕੋਰਟ ਦਾ ਆਰਡਰ ਆ ਉਹ ਕੱਲਾ ਲਾਗੂ ਕਰਦੇ ਨੇ, ਨਸ਼ੇ ਵੀ ਬੰਦ ਹੋਣਗੇ। ਪਰ ਮੈਂ ਕਹਿਣਾ ਵੀ ਇਹ ਨਹੀਂ ਕਿ ਕੱਲੀ ਪਾਵਰ ਦੇ ਕੇ ਵੇਸਲੇ ਹੋ ਜਾਓ। 84 ਦੇ ਵਿੱਚ ਦੋਸਤੋ ਅੱਤਵਾਦ ਦੇ ਟਾਈਮ ਤੇ ਅਸੀਂ ਭੋਗਿਆ ਕਿ ਪੁਲਿਸ ਪ੍ਰਸ਼ਾਸਨ ਨੇ ਤਰੱਕੀਆਂ ਲੈਣ ਦੇ ਮਾਰੇ ਨੇ ਕਿਵੇਂ ਮੁੰਡੇ ਖਪਾਏ ਆ। ਉਸ ਚੀਜ਼ ਤੇ ਦੋਸਤੋ ਮੈਂ ਕਿ ਸਰਵੀਲੈਂਸ ਉਹਦੀ ਵੀ ਹੋਣੀ ਚਾਹੀਦੀ, ਉਹਦੀ ਨਿਗਾਹਸ਼ਾਨੀ ਰੱਖਣੀ ਜ਼ਰੂਰੀ ਆ। ਇਸੇ ਕਰਕੇ ਕਹਿਣਾ ਕਿ ਥਾਣਿਆਂ 'ਚ ਕੈਮਰੇ ਹੋਣੇ ਚਾਹੀਦੇ ਆ ਤੇ ਉਹਨਾਂ ਦੇ ਉੱਪਰ ਪੂਰੀ ਤਰ੍ਹਾਂ ਦੋਸਤੋ ਕੰਟਰੋਲ ਹੋਣਾ ਚਾਹੀਦਾ। ਪੁਲਿਸ ਅਧਿਕਾਰੀਆਂ ਦੀ ਕੰਪਲੇਂਟ ਸੁਣਨ ਵਾਸਤੇ ਜਿਹੜੀ ਕੀ ਆ ਸੁਪਰੀਮ ਕੋਰਟ ਨੇ ਕਿਹਾ ਕਿ ਪੁਲਿਸ ਕੰਪਲੇਨ ਅਥਾਰਟੀ ਬਣਾਓ। 6ਵਾਂ ਕੀ ਆ ਜਿਹੜੀ ਰਿਕਮੈਂਡੇਸ਼ਨ ਦਿੱਤੀ ਆ ਉਹਨਾਂ ਨੇ, ਗਾਈਡਲਾਈਨ ਦਿੱਤੀ ਆ, ਉਹ ਲਾਗੂ ਕਰੋ। ਤੇ ਮੈਂ ਇਹੀ ਤੁਹਾਨੂੰ ਬੇਨਤੀ ਕਰਦਾ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਇਹਨਾਂ ਵਿਸ਼ਿਆਂ ਦੇ ਉੱਤੇ ਦੋਸਤੋ ਅੱਗੇ ਡਿਟੇਲ 'ਚ ਗੱਲ ਕਰੀਏ ਤੇ ਆਈਪੀਸੀ ਤੇ ਸੀਆਰਪੀਸੀ ਦੇ ਬਾਰੇ ਜੇ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਇਸ ਪੋਸਟ ਦੇ ਵਿੱਚ ਜੇ ਤੁਸੀਂ ਕੀ ਆ ਸਾਥ ਦਿਓਗੇ ਤਾਂ ਹੌਸਲਾ ਵਧੂਗਾ ਤੇ ਉਹ ਬੜੀ ਜਲਦੀ ਤੁਹਾਡੇ ਨਾਲ ਪੋਸਟ ਸਾਂਝੀ ਕਰਾਂਗੇ ਕਿ ਕਿਹੜੀਆਂ ਧਾਰਾਵਾਂ ਫਰੇਮ ਕਰ ਸਕਦੇ ਆ। 30 ਧਾਰਾਵਾਂ ਨੇ ਦੋਸਤੋ, ਜੇ ਅਸੀਂ ਸਮਝ ਲੈਣਾ ਕੁੱਲ 511 ਨੇ ਤੇ ਮੈਂ ਕਹਿਣਾ ਕੱਲੇ ਤੁਸੀਂ ਦੋਸਤੋ 30 ਧਾਰਾਵਾਂ ਬਾਰੇ ਜੇ ਨੌਲੇਜ ਰੱਖਦੇ ਹੋ ਤਾਂ ਸੀਆਰਪੀਸੀ ਦੇ ਬਾਰੇ ਚੰਗੀ ਤਰ੍ਹਾਂ ਸਮਝ ਲਓ। ਸੀਆਰਪੀਸੀ ਕ੍ਰਿਮੀਨਲ ਪ੍ਰੋਸੀਜਰ ਕੋਡ ਆ ਦੋਸਤੋ, ਜਿਹਦੇ ਵਿੱਚ 1973 ਚ ਜਿਹੜਾ ਬਣਿਆ, ਵਾਰਦਾਤ ਹੋਣ ਤੋਂ ਬਾਅਦ ਕਿਵੇਂ ਸਾਰੇ ਐਵੀਡੈਂਸ ਕਲੈਕਟ ਕਰਨੇ ਆ, ਕਿਵੇਂ ਪੇਸ਼ ਕਰਨੇ ਆ, ਕਿੰਨਾਂ 'ਚ ਜ਼ਮਾਨਤ ਮਿਲਦੀ ਆ, ਕਿਹੜੀਆਂ ਧਾਰਾਵਾਂ 'ਚ ਜ਼ਮਾਨਤ ਨਹੀਂ ਮਿਲਦੀ, ਇਹ ਸਾਰੀ ਡਿਟੇਲ ਆ ਉਹਦੇ ਵਿੱਚ। ਤੇ ਜੇ ਤੁਸੀਂ ਉਹਨਾਂ ਚੀਜ਼ਾਂ ਬਾਰੇ ਸਮਝ ਲਓ, ਪੁਲਿਸ ਪ੍ਰਸ਼ਾਸਨ ਨੇ ਕਿਵੇਂ ਬਿਹੇਵ ਕਰਨਾ, ਕੱਲੀ ਚੀਜ਼ ਡਿਟੇਲ ਦੇ ਵਿੱਚ ਦੱਸੀ ਹੋਈ ਆ। ਮੈਂ ਕਹਿੰਦਾ 1 ਘੰਟੇ ਦੀ ਗੱਲਬਾਤ ਜੇ ਤੁਹਾਡੇ ਨਾਲ ਕੀ ਆ ਸਾਂਝੀ ਕਰੀਏ, ਮੈਂ ਕਹਿੰਦਾ ਬਹੁਤ ਕੁਛ ਆ ਜਿਹੜਾ ਕੀ ਆ ਅੱਜ ਦੇ ਪੜ੍ਹੇ ਲਿਖੇ ਨੌਜਵਾਨ ਵੀ ਸਾਡੇ ਭਰਾ ਨਹੀਂ ਜਾਣਦੇ ਕਿਹੜੀ ਗੱਲ ਕਰ ਲੈਨੇ ਆ। ਤੇ ਜੇ ਜਾਣ ਤਾਂ ਮੈਂ ਕਹਿੰਦਾ ਤੁਹਾਡੇ ਨਾਲ ਕੋਈ ਓਏ ਨਹੀਂ ਕਹਿ ਸਕਦਾ। ਤੇ ਪੁਲਿਸ ਪ੍ਰਸ਼ਾਸਨ ਸੇਵਾ ਵਾਸਤੇ ਆ, ਇਹਨੂੰ ਕੀ ਆ ਆਰਮੀ ਦਾ ਕੰਮ ਲਿਆ ਜਾ ਰਿਹਾ। ਇਹ ਪੁਲਿਸਿੰਗ ਦਾ ਕੰਮ ਜਿੱਦੇ ਲੈਣਾ ਸ਼ੁਰੂ ਕਰਤਾ, ਉਹ ਲੈਣਾ ਕੀ ਆ ਸਾਡੇ ਜਿਹੜੇ ਤਾਹਾਂ ਬੈਠੇ ਆ ਉਹ ਲੈਣਗੇ ਤਾਂ ਜੇ ਤੁਸੀਂ ਜਾਗਦੇ ਹੋਵੋਗੇ, ਜੇ ਤੁਹਾਨੂੰ ਆਪਣੇ ਅਧਿਕਾਰਾਂ ਦਾ, ਤੁਹਾਨੂੰ ਧਾਰਾਵਾਂ ਦਾ, ਤੁਹਾਨੂੰ ਕਾਨੂੰਨ ਬਾਰੇ ਨੌਲੇਜ ਹੋਊਗੀ। ਤੇ ਅੱਜ ਜਿਹੜੇ ਕਾਨੂੰਨ ਬਣਾਉਣ ਵਾਲੇ ਬੈਠੇ ਆ ਨਾ ਨੀਤੀ ਘਾੜੇ, ਉਹ ਚੀਜ਼ਾਂ ਨੂੰ ਲਾਗੂ ਕਰਨ ਨੂੰ ਤਿਆਰ ਨਹੀਂ। ਸੁਪਰੀਮ ਕੋਰਟ ਦੇ ਆਰਡਰ ਜਰਮਾਇਕ ਉਹਨਾਂ ਨੇ ਕੀ ਆ ਕਰ ਰੱਖੇ ਆ ਜਿਨ੍ਹਾਂ ਨੂੰ ਲਾਗੂ ਨਹੀਂ ਕਰ ਰਹੇ। ਕਿਉਂ ਨਹੀਂ? ਕਿਉਂਕਿ ਉਹ ਖੁਦ ਕਾਨੂੰਨ ਬਣਾਉਣ ਵਾਲੇ ਨੇ ਤੇ ਬਣਾਉਣ ਵਾਲੇ ਤੇ ਕਾਨੂੰਨ ਲਾਗੂ ਨਹੀਂ ਹੋ ਰਿਹਾ। ਤੇ ਤੁਹਾਡੇ ਸਾਡੇ ਵਰਗਿਆਂ ਦੇ ਲਾਗੂ ਹੁੰਦਾ, ਸਾਨੂੰ ਕਾਨੂੰਨਾਂ ਦੀ ਸਮਝ ਹੈ ਨਹੀਂ। ਤੇ ਜਿਨ੍ਹਾਂ ਨੂੰ ਕਾਨੂੰਨਾਂ ਦੀ ਸਮਝ ਆ ਦੋਸਤੋ, ਉਹ ਯਾਰ ਫੁੱਟਬਾਲ ਵਾਂਗੂ ਖੇਡੀ ਜਾਂਦੇ ਆ। ਤਾਂ ਆਪਾਂ ਸਮਝ ਕਾਇਮ ਕਰੀਏ। ਆਈਪੀਸੀ ਤੇ ਸੀਆਰਪੀਸੀ ਬਾਰੇ ਜੇ ਚਾਹੁੰਦੇ ਹੋ ਕਿ ਉਹਦੇ ਬਾਰੇ ਵੀਡੀਓ ਬਣਾ ਕੇ ਤੁਹਾਡੇ ਨਾਲ ਗੱਲਬਾਤ ਸਾਰੀ ਸਾਂਝੀ ਕਰੀਏ ਤਾਂ ਦੋਸਤੋ ਕਮੈਂਟ ਬਾਕਸ 'ਚ ਲਿਖਿਓ। ਤੇ ਅੱਜ ਦੀ ਜਿਹੜੀ ਤੁਹਾਡੇ ਨਾਲ ਵਿਚਾਰ ਚਰਚਾ ਸਾਰੀ ਕੀਤੀ ਹੈ ਤੇ ਕਮੈਂਟ ਵੀ ਜ਼ਰੂਰ ਕਰਿਓ ਤੇ ਸ਼ੇਅਰ ਕਰਿਓ ਤਾਂ ਕਿ ਸਾਨੂੰ ਕੀ ਉਹ ਚੀਜ਼ ਵਾਸਤੇ ਅਗਲੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨੀ ਆ ਉਹਦੇ ਵਾਸਤੇ ਵੀ ਹੌਸਲਾ ਵੱਧ ਸਕੇ। ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਪੁਲਿਸ ਵਾਲਿਆਂ ਨੂੰ ਕੀ ਆ ਇਕੱਲੇ ਅਸੀਂ ਦੇਖ ਲੈਂਦੇ ਆ ਦੋਸਤੋ, ਉਹਨਾਂ ਦੇ ਹਾਲਾਤਾਂ ਬਾਰੇ ਜੇ ਸਮਝ ਗਏ ਨਾ ਤਾਂ ਉਹਨਾਂ ਦੇ ਸੁਭਾਅ ਤੇ ਐਟੀਟਿਊਡ ਜਿਹੜਾ ਮਾੜਾ ਬਣਿਆ ਹੋਇਆ ਕਿਉਂ ਬਣਿਆ ਉਹਦਾ ਕਾਰਨ ਤੁਸੀਂ ਸਮਝ ਲਓਗੇ। ਤੁਸੀਂ ਉਹਨਾਂ ਦੀ ਜਗ੍ਹਾ ਤੇ ਆਪਣੇ ਆਪ ਨੂੰ ਰੱਖ ਕੇ ਸੋਚ ਕੇ ਦੇਖਿਓ ਯਾਰ ਕਿ ਇੱਕ ਪੁਲਿਸ ਕਾਂਸਟੇਬਲ 92% ਨਫਰੀ ਉਹਨਾਂ ਦੇ ਵਿੱਚ ਕੀ ਆ ਕਾਂਸਟੇਬਲਾਂ ਦੀ ਆ ਤੇ ਉਹ ਕਿਹੋ ਜਿਹੇ ਹਾਲਾਤ ਹੰਢਾ ਰਹੇ ਆ, ਕਿਹੋ ਜਿਹੀਆਂ ਗਾਲਾਂ ਕੀ ਅਫਸਰ ਉਹਨਾਂ ਨੂੰ ਦਿੰਦੇ ਆ, ਕਿਹੋ ਜਿਹੇ ਮਾਹੌਲ 'ਚ ਰਹਿੰਦੇ ਆ, ਕੋਈ ਰੋਟੀ ਦਾ ਪਾਣੀ ਦੀ ਸੁੱਧ ਨਹੀਂ, ਕੋਈ ਫੈਮਿਲੀ ਨੂੰ ਟਾਈਮ ਨਹੀਂ ਦੇ ਸਕਦੇ। ਤਾਂ ਇਹੋ ਜਿਹੇ ਹਾਲਾਤਾਂ 'ਚ ਘਰੋਂ ਵੀ ਦੋਸਤੋ ਕਿਹੋ ਜਿਹਾ ਮਾਹੌਲ ਹੋਊ ਤੁਸੀਂ ਸਾਰੇ ਕੀ ਆ ਜਿਹੜੇ ਫੈਮਿਲੀ ਵਾਲੇ ਲੋਕ ਜਾਣਦੇ ਆ। ਤੇ ਉਸ ਮਾਹੌਲ ਦੇ ਵਿੱਚੋਂ ਅਸੀਂ ਜੇ ਚੰਗਾ ਭਾਲੀਏ ਨਹੀਂ ਮਿਲਦਾ, ਉਹਨਾਂ ਦੀਆਂ ਵਰਕਿੰਗ ਕੰਡੀਸ਼ਨ ਸੁਧਾਰਨ ਦੀ ਲੋੜ ਆ, ਇਹ ਵੀ ਅਸੀਂ ਬੇਨਤੀ ਕਰਦੇ ਆ। ਤੇ ਦੋਸਤੋ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ ਕਿ ਇਹਦੇ ਵਾਸਤੇ ਆਵਾਜ਼ ਬੁਲੰਦ ਕਰੋ ਤੇ ਉਹਨਾਂ ਨਾਲ ਸਪੋਰਟ ਵੀ ਕਰੋ। ਸਾਰੇ ਮਾੜੇ ਨਹੀਂ, ਮੇਰਾ ਅੱਜ ਤੱਕ ਚੰਗਿਆਂ ਨਾਲ ਬਾਹ ਜ਼ਿਆਦਾ ਪਿਆ ਤੇ ਜਿੰਨੀ ਕੁ ਨੌਲੇਜ ਰੱਖਦਾ ਉਹਦੇ ਹਿਸਾਬ ਨਾਲ ਮਾੜਿਆਂ ਨੇ ਵੀ ਸਾਡੇ ਨਾਲ ਤਾਂ ਚੰਗਾ ਬਿਹੇਵ ਕੀਤਾ। ਇਸ ਕਰਕੇ ਸਾਰੇ ਆਈਪੀਸੀ ਨੂੰ ਪੜ੍ਹੋ, ਜੇ ਪੜ੍ਹ ਸਕਦੇ ਹੋ ਬੁੱਕ ਲੈ ਕੇ ਪੜ੍ਹੋ, ਨਹੀਂ ਤੁਹਾਡੇ ਨਾਲ ਸਾਂਝੇ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ। ਇਸ ਪੇਜ ਨਾਲ ਹੋਰ ਭਰਾਵਾਂ ਨੂੰ ਵੱਧ ਤੋਂ ਵੱਧ ਕਹਿ ਕੇ ਜੋੜਿਓ ਜ਼ਰੂਰ ਤਾਂ ਕਿ ਦੋਸਤੋ ਕੱਲੇ ਮਸਲੇ ਦੀ ਹੱਲ ਦੀ ਗੱਲ ਕਰਾਂਗੇ, ਸਮੱਸਿਆ ਦੀ ਨਹੀਂ। ਪੁਲਿਸ ਨੂੰ ਨਿੰਦਣ ਨੂੰ ਤਾਂ ਬਹੁਤ ਕੁਝ ਨਿੰਦ ਸਕਦੇ ਆ, ਬਹੁਤ ਕੁਝ ਮਾੜਾ ਹੋਈ ਜਾਂਦਾ, ਪਰ ਹੋ ਕਿਉਂ ਰਿਹਾ, ਜੜ ਕਿੱਥੇ ਆ ਤੇ ਉਹਦੀ ਬਿਮਾਰੀ ਦਾ ਇਲਾਜ ਕੀ ਆ, ਉਹ ਜੇ ਸਾਨੂੰ ਪਤਾ ਹੋਊ ਤਾਂ ਲੋਕਤੰਤਰ ਦੇ ਵਿੱਚ ਰਹਿ ਕੇ ਅਸੀਂ ਉਹਦਾ ਹੱਲ ਅਸੀਂ ਕਰ ਸਕਦੇ ਆ। ਕੋਈ ਅਧਿਕਾਰੀ ਨਹੀਂ ਕਰਨਗੇ ਤੇ ਨਾ ਹੀ ਉਹਨਾਂ ਨੂੰ ਲੋੜ ਆ ਲੀਡਰਾਂ ਨੂੰ। ਸਾਨੂੰ ਤੇ ਮਾਗੇ ਲੋੜ ਆ, ਤੁਹਾਨੂੰ ਲੋੜ ਆ। ਫਿਰ ਆਪਾਂ ਦੋਸਤੋ ਕੀ ਆ ਛਾਂਟਾ ਕਾਰਡਾ ਕਰੀਏ ਤੇ ਛਾਂਟੇ ਕਾਰਡੇ ਨਾਲ ਗਧਿਆਂ ਤੋਂ ਅਰਬੀ ਘੋੜਿਆਂ ਦਾ ਕੰਮ ਲਈਏ। ਇਸੇ ਕਰਕੇ ਇੰਨੀਆਂ ਕੁ ਬੇਨਤੀਆਂ ਕਰਦਾ, ਫੇਰ ਅਖੀਰ 'ਚ ਬੇਨਤੀ ਕਰਦਾ ਕਿ ਪੋਸਟ ਨੂੰ ਸ਼ੇਅਰ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਿਓ, ਆਪਣਾ ਦੱਸਿਓ ਜ਼ਰੂਰ ਇਹਦੇ ਬਾਰੇ ਕਿ ਕਿਵੇਂ ਲੱਗੀ ਪੋਸਟ। ਤੇ ਦੋਸਤੋ ਜਿਨ੍ਹਾਂ ਨੇ ਕੋਈ ਵਿਚਾਰ ਚਰਚਾ ਕਰਨੀ ਆ 8146696144 9417316401 ਦੇ ਉੱਪਰ ਫੋਨ ਕਰ ਸਕਦੇ ਹੋ। ਤੇ ਕਿਸੇ ਵੀ ਪਿੰਡ ਦੇ ਵਿੱਚ ਦੋਸਤੋ ਜੇ ਸੈਮੀਨਾਰ ਵੀ ਕਰਵਾਉਣਾ ਤਾਂ ਆਈਪੀਸੀ ਤੇ ਸੀਆਰਪੀਸੀ ਬਾਰੇ ਮੈਂ ਕਹਿੰਦਾ ਵੀ ਲੋਕਲ ਜਿਹੜੇ ਉੱਥੇ ਕਾਨੂੰਨ ਦੇ ਅਥਾਰਟੀ ਆ ਉਹਨਾਂ ਦੀ ਵੀ ਜ਼ਿੰਮੇਵਾਰੀ ਬਣੀ ਵੀ ਆ। ਜੱਜਾਂ ਵੱਲੋਂ ਕੀ ਆ ਦੋਸਤੋ ਫ੍ਰੀ ਦੇ ਵਿੱਚ ਵਕੀਲ ਵੀ ਕਰਵਾਏ ਜਾਂਦੇ ਆ, ਇੱਕ ਪ੍ਰੋਵੀਜ਼ਨ ਰੱਖੀ ਵੀ ਆ ਤੇ ਉਹ ਪਿੰਡਾਂ 'ਚ ਜਾ ਕੇ ਜਾਣਕਾਰੀ ਵੀ ਦਿੰਦੇ ਆ। ਉਹ ਸੈਮੀਨਾਰ ਤੁਸੀਂ ਕਰਵਾ ਸਕਦੇ ਹੋ, ਸਾਨੂੰ ਬੁਲਾਓਗੇ ਅਸੀਂ ਵੀ ਆਵਾਂਗੇ। ਤੇ ਮੈਂ ਕਹਿੰਦਾ ਆਪਣੀ ਜੇ ਤੁਸੀਂ ਬਾਰ ਦੇ ਵਿੱਚ ਜਾਓਗੇ, ਤੁਹਾਨੂੰ ਬਾਰ ਦੇ ਪ੍ਰਧਾਨ ਨਾਲ ਗੱਲ ਕਰੋ, ਤੁਹਾਨੂੰ ਹਰ ਪਿੰਡ ਦੇ ਵਿੱਚ ਲੈਕਚਰ ਪ੍ਰੋਵਾਈਡ ਕਰਵਾਏ ਜਾਣਗੇ। ਉਹ ਲੈਕਚਰ ਆਪਦੇ ਪਿੰਡਾਂ 'ਚ ਕਰਵਾਓ ਜ਼ਰੂਰ ਤੇ ਆਈਪੀਸੀ ਦੀਆਂ ਧਾਰਾਵਾਂ ਬਾਰੇ ਸਮਝੋ ਤੇ ਸੀਆਰਪੀਸੀ ਬਾਰੇ ਉਹ ਜ਼ਰੂਰ ਸਮਝਿਓ
ਆਈਪੀਸੀ ਨਾਲੋਂ ਸੀਆਰਪੀਸੀ ਦੀ ਸਮਝ ਜ਼ਿਆਦਾ ਜ਼ਰੂਰੀ ਆ ਕਿ ਕ੍ਰਾਈਮ ਕਰਨ ਤੋਂ ਬਾਅਦ ਕੀ ਆ, ਕਿਸ ਤਰੀਕੇ ਨਾਲ ਐਵੀਡੈਂਸ ਕਿਵੇਂ ਵਰਤਨੇ ਆ, ਕਿਵੇਂ ਕਰਨੇ ਆ ਤੇ ਕਿੱਥੇ ਜ਼ਮਾਨਤਾਂ ਕਿੱਥੇ ਹੋ ਸਕਦੀਆਂ ਕਿੱਥੇ ਨਹੀਂ ਹੋ ਸਕਦੀਆਂ। ਉਹ ਸਾਰਾ ਪ੍ਰੋਸੀਜਰ ਜੇ ਤੁਹਾਨੂੰ ਪਤਾ ਹੋਊ ਤੁਹਾਨੂੰ ਡਰ ਨਿਕਲ ਜੂਗਾ। ਤੇ ਇਸੇ ਪੁਲਿਸ ਤੋਂ ਤੁਸੀਂ ਕੀ ਆ ਆਪਣੇ ਸਰਵੈਂਟ ਦਾ ਮਗੇ ਕੰਮ ਲੈ ਸਕਦੇ ਹੋ, ਕਿਉਂਕਿ ਪਬਲਿਕ ਸਰਵੈਂਟ ਨੇ, ਇਹ ਮਾਲਕ ਨਹੀਂ ਹੈਗੇ, ਨਾ ਤੋਂ ਡਰਨ ਦੀ ਲੋੜ ਨਹੀਂ। ਇੰਨੀਆਂ ਕੁ ਬੇਨਤੀਆਂ, ਫਤਿਹ ਅਰਜ਼ਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ